ਸਮਈਆ। ਪਾਵਨ ਸ਼ਬਦ ਜਿਸ ਦਾ ਆਪ ਸੰਗਤਾਂ ਨੇ ਪਾਠ ਸਰਵਣ ਕੀਤਾ ਹੈ, ਧੰਨ ਗੁਰੂ ਰਾਮਦਾਸ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਗਿਆ ਬਿਲਾਵਲ ਰਾਗ ਦੇ ਅੰਦਰ ਇਹ ਪਾਵਨ ਸ਼ਬਦ ਗੁਰਮੁਖ ਗੁਰੂ ਦੇ ਮੁਖ ਚੋਂ ਉਚਾਰਨ ਕੀਤੇ ਗਏ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਵਸਾ ਲੈਣ ਵਾਲਾ ਇਹਨੂੰ ਗੁਰਮੁਖ ਆਖਿਆ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਨੇ ਇਹ ਜੋ ਮਾਰਗ ਚਲਾਇਆ ਹੈ, ਇਹ ਮਾਰਗ ਹੀ ਗੁਰਮੁਖਾਂ ਦਾ ਹੈ। ਗੁਰੂ ਨੇ ਜੋ ਉਪਦੇਸ਼ ਕਰਨਾ ਹੈ, ਅਸੀਂ ਉਸ ਨੂੰ ਆਪਣੇ ਮਨ ਦਾ ਹਿੱਸਾ ਬਣਾ ਲੈਣਾ ਹੈ, ਆਪਣੇ ਅੰਦਰ ਧਾਰਨ ਕਰ ਲੈਣਾ ਹੈ। ਇਸ ਨੂੰ ਗੁਰਮੁਖ ਆਖਿਆ ਜਾਂਦਾ ਹੈ। ਅਗਮ ਗਮ ਜਿਸ ਦੇ ਵਿੱਚ ਨਹੀਂ ਹੈ, ਅਗਮ ਦਾ ਅਰਥ ਹੈ ਜਿਸ ਦੇ ਵਿੱਚ ਗਮ ਨਹੀਂ। ਅਸੀਂ ਗਮਗੀਰ ਹੋ ਜਾਂਦੇ ਹਾਂ, ਉਦਾਸ ਹੋ ਜਾਂਦੇ ਹਾਂ। ਉਹ ਪ੍ਰਭੂ ਪਰਮਾਤਮਾ ਗਮ ਤੋਂ ਰਹਿਤ ਹੈ, ਅਗੋਚਰ, ਜੋ ਇੰਦਰੀਆਂ ਦੀ ਪਹੁੰਚ ਤੋਂ ਅੱਗੇ ਹੈ ਤੇ ਜਿਸ ਦੇ ਇੰਦਰੀ ਵੀ ਨਹੀਂ ਹੈਗੇ। ਕਿਸੇ ਨੂੰ ਪਕੜਨਾ ਹੋਵੇ, ਉਸ ਦੀ ਇੰਦਰੀ ਤੋਂ ਪਕੜਿਆ ਜਾਂਦਾ, ਜਿਵੇਂ ਹੱਥ ਪਕੜ ਲਿਆ, ਬਾਂਹ ਪਕੜ ਲਈ, ਲੱਤ ਪਕੜ ਲਿਆ, ਕਿਸੇ ਪਸ਼ੂ ਨੂੰ ਕੰਨ ਤੋਂ ਪਕੜ ਲਿਆ, ਸਿੰਗ ਤੋਂ ਪਕੜ ਲਿਆ। ਪ੍ਰਕਾਸ਼ ਸਰੂਪ ਹੈ, ਇੰਦਰੀਆਂ ਤੋਂ ਰਹਿਤ ਹੈ ਤੇ ਕਿਸੇ ਵੀ ਇੰਦਰੀ ਦੇ ਨਾਲ ਉਸ ਪ੍ਰਕਾਸ਼ ਸਰੂਪ ਨੂੰ ਪਕੜ ਦੇ ਵਿੱਚ ਨਹੀਂ ਲਿਆਂਦਾ ਜਾ ਸਕਦਾ। ਧਿਆਇਆ, ਇਸ ਨੂੰ ਧਿਆਉਣਾ ਕੀਤਾ ਹੈ। ਗੁਰਮੁਖ ਨੇ ਜਿਹੜੇ, ਉਹਨਾਂ ਨੇ ਗਮ ਤੋਂ ਰਹਿਤ ਤੇ ਅਗੋਚਰਤਾਈ ਵਾਲੇ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਉਣਾ ਕੀਤਾ ਹੈ। ਹਉ ਬਲ ਬਲ ਸਤਿਗੁਰ ਸਤਿਪੁਰਖਈਆ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਅਸੀਂ ਆਪਣੇ ਸੱਚੇ ਸਤਿਗੁਰ ਤੋਂ ਵਾਰਨੇ ਬਲਿਹਾਰਨੇ ਜਾਂਦੇ ਹਾਂ, ਇਸ ਦੇ ਲਈ ਕਿ ਗੁਰੂ ਨੇ ਸਾਨੂੰ ਗੁਰਮੁਖ ਬਣਾ ਕੇ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪਾਉਣਾ ਕੀਤਾ ਹੈ। ਹਉ ਬਲ ਬਲ ਸਤਿਗੁਰ ਸਤਿਪੁਰਖਈਆ। ਪੁਰਖ ਦਾ ਅਰਥ ਹੁੰਦਾ ਪੁਰਖਾਰਥ ਵਾਲਾ, ਜਿਸ ਦੇ ਵਿੱਚ ਸਮਰੱਥਾ ਹੋਵੇ ਸਾਡੀ ਰੱਖਿਆ ਕਰਨ ਦੀ, ਉਸ ਨੂੰ ਪੁਰਖ ਆਖਿਆ ਜਾਂਦਾ। ਜਿਹੜਾ ਪੂਰਨ ਰੂਪ ਦੇ ਵਿੱਚ ਸਾਡੀ ਰੱਖਿਆ ਕਰ ਸਕਦਾ ਹੈ, ਉਹ ਪੁਰਖ ਹੈ। ਜੋ ਸਾਰਿਆਂ ਦੇ ਵਿੱਚ ਪਰਿਪੂਰਨ ਹੈ, ਉਸ ਨੂੰ ਪੁਰਖ ਆਖਿਆ ਜਾਂਦਾ ਹੈ। ਹਉ ਬਲ ਬਲ ਸਤਿਗੁਰ ਸਤਿਪੁਰਖਈਆ। ਜੋ ਸੱਚੇ ਸਤਿਗੁਰ ਪੂਰਨ ਰੂਪ ਦੇ ਵਿੱਚ ਸਾਰਿਆਂ ਦੇ ਵਿੱਚ ਵਿਆਪਕ ਨੇ ਤੇ ਉਹਨਾਂ ਦੇ ਵਿੱਚ ਸਮਰੱਥਾ ਹੈ, ਆਪਣੀ ਸਰਨ ਦੇ ਵਿੱਚ ਪੈ ਦੀ ਰੱਖਿਆ ਕਰਨ ਵਾਲੇ, ਉਸ ਸੱਚੇ ਸਤਿਗੁਰ ਸਤ ਸਰੂਪ ਗੁਰੂ ਤੋਂ ਅਸੀਂ ਵਾਰਨੇ ਬਲਿਹਾਰਨੇ ਜਾਂਦੇ ਹਾਂ। ਜਿਸ ਗੁਰੂ ਨੇ ਕਿਰਪਾ ਕਰਕੇ ਸਾਨੂੰ ਗੁਰਮੁਖਤਾਈ ਵਾਲਾ ਜੀਵਨ ਬਖਸ਼ਿਸ਼ ਕਰਕੇ ਪ੍ਰਭੂ ਪਰਮਾਤਮਾ ਦਾ ਜੋ ਵਾਹਿਗੁਰੂ ਨਾਮ ਹੈ, ਜੋ ਪਰਮਾਤਮਾ ਗਮ ਤੋਂ ਰਹਿਤ ਹੈ, ਅਗੋਚਰਤਾਈ ਵਾਲਾ ਹੈ, ਇੰਦਰੀਆਂ ਦੀ ਪਹੁੰਚ ਪਕੜ ਤੋਂ ਅੱਗੇ ਹੈ, ਉਸ ਦਾ ਨਾਮ ਜਪਾਉਣਾ ਕੀਤਾ ਹੈ ਜੀ। ਰਾਮ ਨਾਮ ਮੇਰਾ ਪ੍ਰਾਨ ਵਸਾਏ, ਸਤਿਗੁਰ ਬਰਸ ਹਰ ਨਾਮ ਸਮਈਆ। ਰਾਮ ਜੋ ਰਮਿਆ ਹੋਇਆ ਹੈ ਨਾਮ, ਜਿਸ ਪਰਮਾਤਮਾ ਦਾ ਨਾਮ ਸਾਡੇ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ, ਮੇਰੇ ਪ੍ਰਾਣ ਵਸਾਏ। ਗੁਰੂ ਨੇ ਕਿਰਪਾ ਕੀਤੀ, ਉਸ ਰਮੇ ਹੋਏ ਨਾਮ ਨੂੰ ਸਾਡੇ ਪ੍ਰਾਣਾਂ ਦੇ ਵਿੱਚ ਵਾਸਾ ਦੇ ਦਿੱਤਾ, ਵਾਸਾ ਹੋ ਗਿਆ। ਸੁਆਸ ਨੇ ਜਿਹੜੇ, ਜਦੋਂ ਸੁਆਸ ਚੱਲਦੇ ਨੇ, ਜਿਵੇਂ ਸੁਆਸ ਚੱਲਦੇ ਨੇ, ਉਵੇਂ ਉਸ ਪ੍ਰਭੂ ਪਰਮਾਤਮਾ ਦਾ ਨਾਮ ਹੈ ਜਿਹੜਾ, ਉਹ ਵੀ ਨਾਲ ਚੱਲ ਰਿਹਾ ਹੈ। ਇਹਨੂੰ ਕਹਿੰਦੇ ਨੇ ਪ੍ਰਾਣਾਂ ਦੇ ਵਿੱਚ ਵਸ ਜਾਣਾ। ਮਨੁੱਖ ਨੂੰ ਆਪਣੀ ਧਨ ਦੌਲਤ ਸੰਤਾਨ ਹੈ ਜਿਹੜੀ, ਇਹ ਬੜੀ ਪਿਆਰੀ ਲੱਗਦੀ ਹੈ। ਸਭ ਤੋਂ ਪਿਆਰੀ ਹੈ ਆਪਣਾ ਪਰਿਵਾਰ, ਆਪਣੀ ਔਲਾਦ। ਜੇ ਕਿਤੇ ਔਲਾਦ ਦੇ ਉੱਤੇ ਮੁਸੀਬਤ ਪੈ ਜਾਵੇ ਤੇ ਫਿਰ ਉਸ ਦੇ ਲਈ ਅਸੀਂ ਆਪਣੇ ਪਿਆਰੇ ਧਨ ਨੂੰ ਕੁਰਬਾਨ ਕਰ ਦਿੰਦੇ ਹਾਂ। ਬੱਚਿਆਂ ਦੇ ਲਈ ਦੌਲਤ ਬੜੀ ਪਿਆਰੀ ਹੈ, ਪਰ ਅਸੀਂ ਆਪਣੇ ਬੱਚਿਆਂ ਦੇ ਲਈ ਇਹ ਦੌਲਤ ਹੈ ਜਿਹੜੀ, ਇਸ ਨੂੰ ਪਿਆਰ ਛੱਡ ਕੇ ਬੱਚਿਆਂ ਦਾ ਪਿਆਰ ਜ਼ਿਆਦਾ ਜਤਾ ਕੇ ਤੇ ਉਹਨਾਂ ਤੋਂ ਕੁਰਬਾਨ ਕਰ ਦਿੰਦੇ ਹਾਂ।
ਉਸ ਤੋਂ ਪਿਆਰਾ ਹੈ ਮਨੁੱਖ ਨੂੰ ਆਪਣਾ ਸਰੀਰ। ਜੇ ਕਿਤੇ ਆਪਦੇ ਸਰੀਰ ਤੇ ਕੋਈ ਮੁਸੀਬਤ ਪੈ ਜਾਵੇ ਤੇ ਫਿਰ ਅਸੀਂ ਆਪਣੇ ਪਰਿਵਾਰ ਤੋਂ ਪਹਿਲਾਂ ਆਪਣੇ ਸਰੀਰ ਨੂੰ ਪਿਆਰ ਕਰਦੇ ਹਾਂ, ਇਸ ਦੀ ਸਾਂਭ ਸੰਭਾਲ ਕਰਦੇ ਹਾਂ। ਇਸ ਤੋਂ ਜ਼ਿਆਦਾ ਪਿਆਰੇ ਨੇ ਮਨੁੱਖ ਨੂੰ ਪ੍ਰਾਣ। ਮੇਰੇ ਖਿਆਲ ਗੱਲ ਪਕੜ ਦੇ ਵਿੱਚ ਆ ਗਈ ਹੋਣੀ। ਅਸੀਂ ਸਮਾਜਿਕ ਜੀਵ ਹਾਂ, ਸਮਾਜ ਦੇ ਵਿੱਚ ਵਿਚਰਦੇ ਹਾਂ। ਸਾਨੂੰ ਦੌਲਤ ਬੜੀ ਪਿਆਰੀ ਲੱਗਦੀ ਹੈ, ਪਰ ਦੌਲਤ ਤੋਂ ਪਿਆਰੇ ਜਿਹੜਾ ਜ਼ਿਆਦਾ ਉਹ ਸਾਡੀ ਆਪਣੀ ਔਲਾਦ ਦਾ ਹੈ, ਆਪਣੇ ਪਰਿਵਾਰ ਦਾ ਹੈ। ਜੇ ਕਿਤੇ ਪਰਿਵਾਰ 'ਤੇ ਮੁਸੀਬਤ ਪੈ ਜਾਵੇ ਤੇ ਅਸੀਂ ਆਪਣੀ ਧਨ ਦੌਲਤ ਉਸ ਦੇ ਬਿਮਾਰੀ ਤੋਂ ਜਾਂ ਕਿਸੇ ਹੋਰ ਕਾਰਜ ਤੋਂ ਨਿਸ਼ਾਵਰ ਕਰ ਦਿੰਦੇ ਹਾਂ। ਇਸ ਤੋਂ ਬਾਅਦ ਜੇ ਆਪਦੇ ਸਰੀਰ ਦੇ ਉੱਤੇ ਕੋਈ ਮੁਸੀਬਤ ਪਵੇ ਤੇ ਫਿਰ ਆਪਣੀ ਔਲਾਦ ਤੋਂ ਪਹਿਲੋਂ ਆਪਦੇ ਸਰੀਰ ਦੇ ਉੱਤੇ ਅਸੀਂ ਇਹ ਦੌਲਤ ਨਿਸ਼ਾਵਰ ਕਰ ਲੈਂਦੇ, ਆਪਣੇ ਸਰੀਰ ਦੀ ਸੰਭਾਲ ਕਰਦੇ ਹਾਂ। ਉਸ ਤੋਂ ਅੱਗੇ ਪਿਆਰੇ ਨੇ ਸਾਨੂੰ ਆਪਣੇ ਪ੍ਰਾਣ, ਜਿਨ੍ਹਾਂ ਦੇ ਵਿੱਚ ਸਾਡੀ ਜਾਨ ਵਸੀ ਹੋਈ ਹੈ, ਜਿਹੜੇ ਪ੍ਰਾਣ ਚੱਲ ਰਹੇ ਨੇ, ਜਿਨ੍ਹਾਂ ਦੇ ਨਾਲ ਅਸੀਂ ਜੀਂਦੇ ਹਾਂ। ਹੁਣ ਇੱਥੇ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਸਾਨੂੰ ਦੱਸ ਰਹੇ ਨੇ ਕਿ ਜਿਹੜੇ ਸਾਡੇ ਅੰਦਰ ਪ੍ਰਾਣ ਵਸਦੇ ਨੇ ਨਾ, ਪ੍ਰਾਣ ਚੱਲਦੇ ਨੇ, ਉਹਨਾਂ ਪ੍ਰਾਣਾਂ ਤੋਂ ਵੀ ਪਿਆਰਾ ਉਹ ਪ੍ਰਭੂ ਪਰਮਾਤਮਾ ਹੈ, ਜਿਹਨੂੰ ਅਸੀਂ ਪ੍ਰਾਣਾਂ ਦੇ ਵਿੱਚ ਵਸਾ ਲਿਆ। ਵੀ ਪ੍ਰਾਣ ਚਲੇ ਜਾਣ ਤੇ ਚਲੇ ਜਾਣ, ਉਹ ਪਰਮਾਤਮਾ ਸਾਡੇ ਅੰਦਰ ਵਸਿਆ ਰਵੇ। ਰਾਮ ਨਾਮ ਮੇਰੇ ਪ੍ਰਾਣ ਵਸਾਏ। हे ਸੱਚੇ ਸਤਿਗੁਰ ਜੀ, ਤੁਸੀਂ ਕਿਰਪਾ ਕੀਤੀ ਹੈ ਜੋ ਸਾਰਿਆਂ ਦੇ ਵਿੱਚ ਪਰਮਾਤਮਾ ਦਾ ਨਾਮ ਰਮਿਆ ਹੋਇਆ ਹੈ, ਉਹ ਤੁਸੀਂ ਸਾਡੇ ਪ੍ਰਾਣਾਂ ਦੇ ਵਿੱਚ ਵਸਾ ਦਿੱਤਾ ਹੈ। ਸਾਨੂੰ ਉਹਨੂੰ ਪ੍ਰਾਣਾਂ ਤੋਂ ਵੀ ਜ਼ਿਆਦਾ ਪਿਆਰਾ ਲੱਗਣ ਲੱਗ ਗਿਆ ਹੈ। ਸਤਿਗੁਰ ਪਰਸ ਹਰ ਨਾਮ ਸਮਈਆ। ਪਰਸ ਦਾ ਅਰਥ ਹੁੰਦਾ ਛੂਹਣਾ, ਸਪਰਸ਼ ਕਰਨਾ। ਸੱਚੇ ਸਤਿਗੁਰ ਦੇ ਚਰਨਾਂ ਨੂੰ ਸਪਰਸ਼ ਕਰਕੇ ਅਸੀਂ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਕੇ ਤੇ ਉਸ ਨਾਮ ਦੇ ਵਿੱਚ ਸਮਾ ਗਏ ਹਾਂ। ਹਰ ਨਾਮ ਸਮਈਆ, ਹਰੀ ਪਰਮਾਤਮਾ ਦੇ ਨਾਮ ਦੇ ਵਿੱਚ ਸੱਚੇ ਸਤਿਗੁਰ ਦੇ ਚਰਨਾਂ ਨੂੰ ਸਪਰਸ਼ ਕਰਕੇ ਅਸੀਂ ਸਮਾ ਗਏ ਹਾਂ ਜੀ। ਜਨ ਕੀ ਟੇਕ ਹਰ ਨਾਮ ਟਿਕਾਈਆ। ਜਿਹੜਾ ਗੁਰਸਿੱਖ ਹੈ ਉਹਦਾ ਇੱਕੋ ਹੀ ਆਸਰਾ ਹੈ, ਜਨ ਕੀ ਟੇਕ। ਜਨ ਗੁਰਸਿੱਖ ਨੂੰ ਆਖਿਆ ਜਾਂਦਾ ਹੈ, ਜਨ ਦਾਸ ਨੂੰ ਆਖਿਆ ਜਾਂਦਾ ਹੈ, ਜਨ ਸੇਵਕ ਨੂੰ ਆਖਿਆ ਜਾਂਦਾ ਹੈ। ਜਦੋਂ ਆਪਾਂ ਸਿੱਖ ਆਖ ਦਿੰਦੇ ਹਾਂ, ਇਹਦੇ ਵਿੱਚ ਦਾਸ ਸੇਵਕ ਸਾਰੇ ਆ ਜਾਂਦੇ ਨੇ। ਜਿਵੇਂ ਪੁਰਾਤਨ ਸਮੇਂ ਦੇ ਵਿੱਚ ਵੀ ਤੇ ਅੱਜ ਵੀ ਸਨਾਤਨ ਧਰਮ ਦੇ ਵਿੱਚ ਲੰਗਰ ਨਹੀਂ ਆਖਦੇ, ਭੰਡਾਰਾ ਆਖਦੇ ਨੇ। ਜਿੱਥੇ ਕੁਝ ਛਕਿਆ ਛਕਾਇਆ ਜਾਂਦਾ ਹੈ ਨਾ, ਉਹਨੂੰ ਲੰਗਰ ਨਹੀਂ ਆਖਦੇ, ਭੰਡਾਰਾ ਆਖਦੇ ਨੇ। ਵੀ ਭੰਡਾਰਾ ਲੱਗਿਆ ਤੇ ਉੱਥੇ 4 ਪੰਗਤਾਂ ਲੱਗਦੀਆਂ ਨੇ, ਇੱਕ ਪੰਗਤ ਨਹੀਂ ਲੱਗਦੀ। ਇੱਕ ਪੰਗਤ ਤੇ ਉੱਥੇ ਬ੍ਰਾਹਮਣ ਬੈਠੇ ਹੁੰਦੇ ਨੇ, ਦੂਜੀ ਪੰਗਤ ਦੇ ਵਿੱਚ ਖੱਤਰੀ ਬੈਠੇ ਹੁੰਦੇ ਨੇ, ਤੀਜੀ ਪੰਗਤ ਦੇ ਵਿੱਚ ਵੈਸ਼ਨਵ ਤੇ ਚੌਥੀ ਪੰਗਤ ਦੇ ਵਿੱਚ ਸ਼ੂਦਰ ਬੈਠੇ ਹੁੰਦੇ ਨੇ। ਧੰਨ ਗੁਰੂ ਮਹਾਰਾਜ ਜੀ ਦਾ ਜਿੱਥੇ ਚੱਲ ਰਿਹਾ ਹੁੰਦਾ ਹੈ ਲੰਗਰ, ਅਸੀਂ ਉਸ ਨੂੰ ਭੰਡਾਰਾ ਨਹੀਂ ਲੰਗਰ ਆਖਦੇ ਹਾਂ। ਇਹ ਸ਼ਬਦਾਂ ਦੇ ਵਿੱਚ ਬੜਾ ਫਰਕ ਹੈ। ਮੈਂ ਤਾਂ ਥੋੜੀ ਜਿਹੀ ਮਿਹਨਤ ਕਰ ਰਿਹਾ ਕਿ ਗੱਲ ਦੀ ਸਮਝ ਆਵੇ। ਇਹ ਲੰਗਰ ਇੱਥੇ ਇੱਕੋ ਹੀ ਪੰਗਤ ਹੈ, 4 ਪੰਗਤਾਂ ਨਹੀਂ, ਇੱਕੋ ਹੀ ਪੰਗਤ ਹੈ। ਉਸੇ ਪੰਗਤ ਦੇ ਵਿੱਚ ਬ੍ਰਾਹਮਣ ਬੈਠੇਗਾ, ਉੱਥੇ ਵੈਸ਼ਵ ਖੱਤਰੀ ਤੇ ਸ਼ੂਦਰ ਸਾਰੇ ਰਲ ਕੇ ਬੈਠਣਗੇ। ਇਹਨੂੰ ਪੰਗਤ ਆਖਿਆ ਜਾਂਦਾ ਹੈ। ਜੇ ਵੱਖੋ ਵੱਖਰੀਆਂ ਨੇ ਤੇ ਉਹ ਲੰਗਰ ਨਹੀਂ, ਫਿਰ ਉਹ ਭੰਡਾਰਾ ਤਾਂ ਹੋ ਸਕਦਾ ਹੈ, ਲੰਗਰ ਨਹੀਂ ਹੋ ਸਕਦਾ। ਜੇ ਲੰਗਰ ਹੈ ਤੇ ਫਿਰ ਉੱਥੇ ਚਾਰੇ ਇੱਕੋ ਪੰਗਤ ਦੇ ਵਿੱਚ ਬੈਠੇ ਨੇ। ਇਸੇ ਤਰ੍ਹਾਂ ਇਹਨਾਂ ਨੇ ਫਿਰ 4 ਜਾਤਾਂ ਦੇ ਵਿੱਚ ਸਮਾਜ ਨੂੰ ਵੰਡਿਆ ਵੀ ਇਹ ਬ੍ਰਾਹਮਣ ਹੈ, ਖੱਤਰੀ ਹੈ, ਵੈਸ਼ਨਵ ਹੈ ਤੇ ਇਹ ਸ਼ੂਦਰ ਹੈ। ਤੇ ਜਿੰਦੇ ਅੱਗੇ ਸਿੰਘ ਸ਼ਬਦ ਲੱਗ ਜਾਂਦਾ ਹੈ, ਉਹ ਜਦੋਂ ਗੁਰਬਾਣੀ ਪੜ੍ਹ ਰਿਹਾ ਹੁੰਦਾ ਹੈ ਉਦੋਂ ਬ੍ਰਾਹਮਣ ਹੈ, ਜਦੋਂ ਉਹਦੇ ਹੱਥ ਦੇ ਵਿੱਚ ਖੰਡਾ ਹੁੰਦਾ ਹੈ ਤੇ ਧਰਮ ਦੀ ਰੱਖਿਆ ਦੇ ਲਈ, ਸਮਾਜ ਦੇਸ਼ ਦੀ ਰੱਖਿਆ ਦੇ ਲਈ ਉਹ ਜੂਝ ਰਿਹਾ ਹੁੰਦਾ, ਉਦੋਂ ਖੱਤਰੀ ਹੋ ਗਿਆ। ਜਦੋਂ ਖੇਤ ਹਲ ਵਾਹ ਰਿਹਾ ਜਾਂ ਵਪਾਰ ਕਰ ਰਿਹਾ ਉਦੋਂ ਵੈਸ਼ਨਵ ਹੋ ਰਿਹਾ। ਜਦੋਂ ਕਮਰ ਕੱਸਾ ਲਾ ਕੇ ਸੇਵਾ ਕਰ ਰਿਹਾ ਉਦੋਂ ਸ਼ੂਦਰ ਹੋ ਰਿਹਾ। ਇਹਦਾ ਨਾਮ ਹੈ ਸਿੱਖ। ਜਨ ਕੀ ਟੇਕ ਜਿਹੜਾ ਗੁਰਸਿੱਖ ਹੈ, ਸੱਚੇ ਸਤਿਗੁਰ ਦਾ ਸੇਵਕ ਹੈ, ਦਾਸ ਹੈ, ਉਹਦਾ ਇੱਕੋ ਹੀ ਆਸਰਾ ਹੈ, ਹਰ ਨਾਮ ਟਿਕਾਈਆ। ਉਹ ਹਰੀ ਪਰਮਾਤਮਾ ਦੇ ਨਾਮ ਦੇ ਉੱਤੇ ਟਿਕਿਆ ਹੋਇਆ ਹੈ।
ਕੇਵਲ ਤੇ ਕੇਵਲ ਵਾਹਿਗੁਰੂ ਨਾਮ ਤੇ ਟਿਕਿਆ ਹੈ। ਇਹ ਨਹੀਂ ਵੀ ਕਦੀ ਕਿਤੇ ਚਲਾ ਗਿਆ ਤੇ ਕਦੀ ਕਿਤੇ ਚਲਾ ਗਿਆ, ਇਸ ਤਰ੍ਹਾਂ ਨਹੀਂ। ਜਾਨਕੀ ਟੇਕ ਜਿਹੜਾ ਗੁਰਸਿੱਖ ਹੈ ਉਹਦਾ ਆਸਰਾ ਹਰ ਨਾਮ ਟਿਕਈਆ, ਤੇ ਉਹ ਹਰੀ ਪਰਮਾਤਮਾ ਦੇ ਨਾਮ ਦੇ ਆਸਰੇ ਗੁਰੂ ਦੇ ਨਾਮ ਦੇ ਉੱਤੇ ਟਿਕਿਆ ਰਹਿੰਦਾ ਹੈ ਜੀ। ਸਤਿਗੁਰ ਕੀ ਦਰ ਲਾਗਾ ਜਾਵਾ, ਗੁਰ ਕਿਰਪਾ ਤੇ ਹਰ ਦਰ ਰਹੀਆ। ਧਰ ਦਾ ਅਰਥ ਹੈ ਧਿਰ, ਤੇ ਧਿਰ ਦਾ ਅਰਥ ਹੁੰਦਾ ਹੈ ਆਸਰਾ। ਸਤਿਗੁਰ ਕੀ ਧਰ ਲਾਗਾ ਜਾਵਾ, ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ। ਅਸੀਂ ਸੱਚੇ ਸਤਿਗੁਰ ਦੇ ਆਸਰੇ ਦੇ ਨਾਲ ਲੱਗ ਕੇ ਨਾ ਇਸ ਗੁਰੂ ਮਾਰਗ ਤੇ ਤੁਰੇ ਜਾਂਦੇ ਹਾਂ। ਇਹ ਗੁਰਸਿੱਖੀ ਦਾ ਮਾਰਗ ਹੈ, ਗੁਰੂ ਮਾਰਗ ਹੈ, ਸੰਤ ਮਾਰਗ ਹੈ, ਹਰ ਮਾਰਗ ਹੈ। ਇਸ ਦੇ ਨਾਮ ਵੱਖੋ ਵੱਖਰੇ ਹੋ ਸਕਦੇ ਨੇ ਪਰ ਹੈ ਇੱਕ ਹੀ। ਜਿਵੇਂ ਕੋਈ ਕਿੱਕਰ ਆਖ ਦਿੰਦਾ ਹੈ, ਕੋਈ ਬਬਲ ਆਖ ਦਿੰਦਾ ਹੈ, ਕੋਈ ਕਿਸੇ ਬੋਲੀ ਦੇ ਵਿੱਚ ਕੁਝ ਹੋਰ ਆਖ ਦੇਣਾ ਹੋਣਾ ਹੈ। ਹੁਣ ਹੈ ਤਾਂ ਇੱਕ ਹੀ ਰੁੱਖ ਨਾ ਜਿਹਨੂੰ ਅਸੀਂ ਦਾਤਨ ਦੇ ਲਈ ਵਰਤਦੇ ਹਾਂ। ਅਸੀਂ ਕਿੱਕਰ ਆਖ ਦਿੰਦੇ ਹਾਂ, ਕਿਤੇ ਬਬਲ ਆਖ ਦਿੰਦੇ ਨੇ। ਇਸ ਤਰ੍ਹਾਂ ਗੁਰਸਿੱਖੀ ਦਾ ਮਾਰਗ ਜਿਹੜਾ ਸੰਤ ਮਾਰਗ ਹੈ, ਹਰ ਮਾਰਗ ਹੈ, ਗੁਰ ਮਾਰਗ ਹੈ। ਸਤਿਗੁਰ ਕੀ ਧਰ ਲਾਗਾ ਜਾਵਾ, ਧੰਨ ਗੁਰੂ ਜੀ ਰਹਿਮਤ ਕਰਦੇ ਨੇ। ਅਸੀਂ ਸੱਚੇ ਸਤਿਗੁਰ ਦੇ ਆਸਰੇ ਦੇ ਨਾਲ ਇਸ ਮਾਰਗ ਦੇ ਉੱਤੇ ਤੁਰੇ ਜਾਣਾ ਹੈ। ਗੁਰ ਕਿਰਪਾ ਤੇ ਹਰ ਦਰ ਲਈਆ, ਇਹ ਹੰਕਾਰ ਨਹੀਂ ਕਰਨਾ ਹੁਣ ਭਈ ਅਸੀਂ ਗੁਰੂ ਮਾਰਗ ਤੇ ਤੁਰਨ ਜੋਗੇ ਹੋ ਗਏ ਹਾਂ, ਅਸੀਂ ਗੁਰੂ ਮਾਰਗ ਤੇ ਤੁਰ ਰਹੇ ਹਾਂ ਜਾਂ ਹਰੀ ਮਾਰਗ ਤੇ ਤੁਰ ਰਹੇ ਹਾਂ। ਗੁਰ ਕਿਰਪਾ, ਇੱਥੇ ਵੀ ਗੁਰੂ ਦੀ ਕਿਰਪਾ ਦਾ ਪਾਤਰ ਬਣਿਆ ਰਹਿਣਾ, ਨਹੀਂ ਤਾਂ ਨਾ ਫਿਰ ਇੱਥੋਂ ਵੀ ਡਾਵਾਂ ਡੋਲ ਹੋ ਜੀਦਾ। ਗੁਰ ਕਿਰਪਾ ਤੇ ਹਰ ਦਰ ਲਹੀਆ, ਜਦੋਂ ਗੁਰੂ ਦੀ ਰਹਿਮਤ ਕਿਰਪਾ ਦੇ ਨਾਲ ਇਸ ਮਾਰਗ ਤੇ ਤੁਰੀ ਜਾਈਦਾ ਤੇ ਫਿਰ ਹਰੀ ਦੇ ਦਰ ਤੱਕ ਪਹੁੰਚ ਜਾਈਦਾ ਹੈ। ਮੈਂ ਇੱਕ ਵਾਰੀ ਫਿਰ ਥੋੜਾ ਜਿਹਾ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਵਾਂ ਤਾਂ ਕਿ ਗੱਲ ਦੀ ਸਮਝ ਆ ਜਾਵੇ। ਜਾਨਕੀ ਟੇਕ ਹਰ ਨਾਮ ਟਕਈਆ, ਜਿਹੜਾ ਗੁਰਸਿੱਖ ਹੈ ਉਹਦਾ ਨਾਮ ਆਸਰਾ ਹੈ ਤੇ ਉਹ ਆਪਣੇ ਮਨ ਨੂੰ ਗੁਰੂ ਮਹਾਰਾਜ ਜੀ ਦੇ ਨਾਮ ਦੇ ਆਸਰੇ ਦੇ ਉੱਤੇ ਹੀ ਟਿਕਾਈ ਰੱਖਦਾ ਹੈ। ਕਿਸੇ ਹੋਰ ਦੀ ਟੇਕ ਨਹੀਂ ਲੈਂਦਾ, ਕਿਸੇ ਹੋਰ ਨਾਮ ਦਾ ਆਸਰਾ ਵੀ ਨਹੀਂ ਜੇ ਲੈਂਦਾ। ਸਤਿਗੁਰ ਕੀ ਧਰ ਲਾਗਾ ਜਾਵਾ, ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਗੁਰਸਿੱਖਾ ਤੂੰ ਸੱਚੇ ਸਤਿਗੁਰ ਦੇ ਆਸਰੇ ਦੇ ਨਾਲ ਤੁਰਿਆ ਜਾ ਗੁਰੂ ਮਾਰਗ ਤੇ ਗੁਰੂ ਕਿਰਪਾ ਦਾ ਪਾਤਰ ਹੋ ਕੇ ਹਰੀ ਪਰਮਾਤਮਾ ਦੇ ਦਰ ਨੂੰ ਲੈ ਲਈਦਾ। ਲਹੀਆ ਦਾ ਅਰਥ ਹੁੰਦਾ ਲੈ ਲੈਣਾ, ਹਰ ਦਰ ਲਹੀਆ, ਗੁਰ ਕਿਰਪਾ ਤੇ ਗੁਰੂ ਦੀ ਕਿਰਪਾ ਦੇ ਨਾਲ ਹਰੀ ਪਰਮਾਤਮਾ ਦਾ ਦਰ ਜਿਹੜਾ ਇਹ ਲੈ ਲਈਦਾ ਹੈ ਜੀ। ਰਹਾਉ ਇਹੋ ਸਰੀਰ ਕਰਮ ਕੀ ਧਰਤੀ, ਗੁਰਮੁਖ ਮਾਥਮਕ ਦਾਤ ਗੜਈਆ। ਵਿਸ਼ਰਾਮ ਲਾ ਕੇ ਧੰਨ ਗੁਰੂ ਜੀ ਰਹਿਮਤ ਕਰਦੇ ਨੇ। ਇਹੋ ਸਰੀਰ ਕਰਮ ਕੀ ਧਰਤੀ, ਇਹ ਸਰੀਰ ਜਿਹੜਾ ਇਹ ਕਰਮਾਂ ਦੀ ਧਰਤੀ ਹੈ। ਇਹਨੂੰ ਥੋੜਾ ਜਿਹਾ ਅੱਜ ਆਪਾਂ ਸਮਝਾਂਗੇ। ਇਹ ਸਰੀਰ ਸਾਡਾ, ਇਹ ਸਰੀਰ ਇਹ ਕਰਮ ਦੀ ਧਰਤੀ। ਇਹ ਕਰਮ ਦੀ ਧਰਤੀ ਕਿਵੇਂ ਹੈ? ਜਿਹੜਾ ਕਰਮ ਸਰੀਰ ਦੇ ਨਾਲ ਕੀਤਾ ਜਾਂਦਾ ਹੈ, ਜਿਹੜੀ ਕਿਰਿਆ ਸਰੀਰ ਦੇ ਨਾਲ ਕੀਤੀ ਜਾਂਦੀ ਹੈ ਉਹ ਕਰਮ ਬਣ ਜਾਂਦੀ ਹੈ। ਅਸੀਂ ਸਰੀਰ ਦੇ ਨਾਲ ਕੁਝ ਵੀ ਕਰਦੇ ਹਾਂ ਤੇ ਉਹ ਕਰਮ ਬਣ ਗਿਆ ਹੈ। ਸਰੀਰ ਦੇ ਨਾਲ ਬਾਣੀ ਪੜ੍ਹੀ ਜਾਂਦੀ ਹੈ, ਸਰੀਰ ਦੇ ਨਾਲ ਸੇਵਾ ਕੀਤੀ ਜਾਂਦੀ ਹੈ। ਜੋ ਵੀ ਕਿਰਿਆ ਸਰੀਰ ਦੇ ਨਾਲ ਕੀਤੀ ਜਾਂਦੀ ਹੈ ਉਹ ਕਰਮ ਬਣ ਗਿਆ ਹੈ। ਇਹ ਕਰਮ ਦੇ ਵਿੱਚ ਜੇ ਮਨ ਲੱਗ ਜਾਵੇ ਤੇ ਫਿਰ ਇਹ ਮਨ ਦਾ ਹਿੱਸਾ ਬਣ ਜਾਂਦਾ ਹੈ। ਜੇ ਇਸ ਕਰਮ ਦੇ ਵਿੱਚ, ਇਸ ਕਿਰਿਆ ਦੇ ਵਿੱਚ ਮਨ ਨਹੀਂ ਲੱਗਿਆ ਫਿਰ ਇਹ ਮਨ ਦਾ ਹਿੱਸਾ ਨਹੀਂ ਬਣੇਗਾ ਤੇ ਸਰੀਰ ਦਾ ਕਰਮ ਹੈ ਜਿਹੜਾ ਉਹ ਸਰੀਰ ਦੇ ਨਾਲ ਹੀ ਸੜ ਜਾਂਦਾ ਹੈ। ਬੜੀ ਬਰੀਕੀ ਦੀ ਗੱਲ ਹੈ, ਥੋੜੀ ਕੋਸ਼ਿਸ਼ ਕਰਿਓ ਕਿ ਗੱਲ ਦੀ ਸਮਝ ਆ ਜਾਵੇ। ਅਸੀਂ ਸਰੀਰ ਦੇ ਨਾਲ ਜੋ ਵੀ ਕਰਦੇ ਹਾਂ ਉਸ ਨੂੰ ਕਿਰਿਆ ਆਖਿਆ ਜਾਂਦਾ ਹੈ ਤੇ ਕਿਰਿਆ ਜਿਹੜੀ ਸਰੀਰ ਨਾਲ ਕੀਤੀ ਹੈ ਉਹ ਸਰੀਰ ਦਾ ਕਰਮ ਬਣ ਜਾਂਦੀ ਹੈ। ਉਸ ਕਿਰਿਆ ਦੇ ਵਿੱਚ ਜੇ ਮਨ ਹੈ ਤੇ ਫਿਰ ਉਹ ਮਨ ਦਾ ਹਿੱਸਾ ਬਣ ਜਾਏਗੀ। ਜੇ ਉਸ ਕਿਰਿਆ ਦੇ ਵਿੱਚ ਮਨ ਨਹੀਂ ਹੈਗਾ ਤੇ ਫਿਰ ਉਹ ਸਰੀਰ ਜਿਹੜਾ ਸਰੀਰ ਦਾ ਕਰਮ ਬਣ ਗਿਆ ਤੇ ਸਰੀਰ ਦਾ ਕਰਮ ਹੈ ਜਿਹੜਾ ਸਰੀਰ ਦੇ ਨਾਲ ਹੀ ਸੜ ਜਾਂਦਾ ਹੈ। ਹੁਣ ਇੱਥੇ ਸਵਾਲ ਪੈਦਾ ਇਹ ਹੁੰਦਾ ਹੈ ਵੀ ਸਰੀਰ ਦਾ ਕਰਮ ਜੇ ਸਰੀਰ ਦੇ ਨਾਲ ਹੀ ਸੜ ਜਾਂਦਾ ਹੈ ਤੇ ਫਿਰ ਜਿਹੜੇ ਪਾਪ ਨੇ ਉਹ ਵੀ ਅਸੀਂ ਸਰੀਰ ਨਾਲ ਕਰਦੇ ਹਾਂ, ਫਿਰ ਉਹ ਵੀ ਸੜ ਜਾਂਦੇ ਹੋਣਗੇ? ਨਹੀਂ, ਜਦੋਂ ਅਸੀਂ ਕੁਕਰਮ ਕਰਦੇ ਹਾਂ ਨਾ ਉਹਦੇ ਵਿੱਚ ਸਾਡਾ ਮਨ ਜ਼ਿਆਦਾ ਲੱਗਿਆ ਹੁੰਦਾ ਹੈ।
ਜਦੋਂ ਅਸੀਂ ਮਾੜਾ ਕਰਮ ਕਰਦੇ ਹਾਂ ਉੱਥੇ ਸਾਡਾ ਮਨ ਬੜਾ ਇਕਾਗਰ ਹੁੰਦਾ ਹੈ, ਸਾਡਾ ਮਨ ਉੱਥੇ ਬੜਾ ਅਕਾਤ ਹੁੰਦਾ ਹੈ, ਉਹ ਮਨ ਦਾ ਹਿੱਸਾ ਬਣ ਜਾਂਦਾ ਹੈ। ਇਸ ਕਰਕੇ ਪਾਪ ਹੀ ਜਿਹੜਾ ਇਹ ਪੁੰਨ ਤੋਂ ਜ਼ਿਆਦਾ ਲੱਗਦਾ ਹੈ। ਸਾਨੂੰ ਪਾਠ ਕਰਦੇ ਹਾਂ, ਬਾਣੀ ਦੇ ਵਿੱਚ ਮਨ ਨਹੀਂ ਲੱਗਦਾ, ਇਕੱਲਾ ਸਰੀਰ ਕਿਰਿਆ ਕਰ ਰਿਹਾ ਹੁੰਦਾ, ਮਨ ਕਿਤੇ ਹੋਰ ਹੀ ਤੁਰਿਆ ਫਿਰਦਾ ਹੈ। ਪਰ ਜਦੋਂ ਅਸੀਂ ਕੁਕਰਮ ਕਰਦੇ ਹਾਂ, ਮਾੜਾ ਕਰਮ ਕਰਦੇ ਹਾਂ, ਤੇ ਉਦੋਂ ਸਾਡਾ ਜਿਹੜਾ ਸਰੀਰ ਮਨ ਹੈ ਨਾ, ਉਹਦੇ ਵਿੱਚ ਜ਼ਿਆਦਾ ਇਕਾਂਤ ਹੁੰਦਾ ਹੈ, ਮਨ ਉੱਥੇ ਜ਼ਿਆਦਾ ਲੱਗਦਾ ਹੈ, ਮਨ ਦੀ ਉੱਥੇ ਲਾਲਸਾ ਰਸ ਸਵਾਦ ਜ਼ਿਆਦਾ ਹੁੰਦਾ। ਇਸ ਕਰਕੇ ਪਾਪ ਕਰਮ ਨੇ ਜਿਹੜੇ ਉਹ ਮਨ ਦਾ ਹਿੱਸਾ ਬਣ ਜਾਂਦੇ ਨੇ, ਜਿਸ ਕਰਕੇ ਅਸੀਂ ਦੁੱਖ ਭੋਗਦੇ ਹਾਂ। ਇੱਕ ਨਿੱਕੇ ਜਿਹੇ ਪ੍ਰਸੰਗ ਦੇ ਨਾਲ ਜੁੜਦੇ ਹਾਂ, ਆਪ ਜੀ ਨੂੰ ਇਸ ਦੀ ਬੜੀ ਸਮਝ ਆਵੇਗੀ ਕਿ ਸਰੀਰ ਦੁਆਰਾ ਕੀਤਾ ਗਿਆ ਕਰਮ ਹੈ ਜਿਹੜਾ ਇਹ ਮਨ ਦਾ ਹਿੱਸਾ ਕਿਵੇਂ ਬਣਦਾ ਹੈ। ਰਾਜਾ ਭੋਜ ਹੋਏ, ਇਸ ਦੇ ਦਰਬਾਰ ਦੇ ਵਿੱਚ 1400 ਵਿਦਵਾਨ ਰਿਹਾ ਕਰਦੇ ਸਨ, ਤੇ ਜਿਨ੍ਹਾਂ ਦਾ ਜਥੇਦਾਰ ਸੀ ਕਵੀ ਕਾਲੀਦਾਸ। ਆਪ ਜੀ ਨੇ ਕਵੀ ਕਾਲੀਦਾਸ ਦਾ ਨਾਮ ਜ਼ਰੂਰ ਸੁਣਿਆ ਹੋਣਾ ਹੈ। ਉਹਦਾ ਕੁਝ ਕਵਿਤਾਵਾਂ ਨੇ, ਕੁਝ ਰਚਨਾਵਾਂ ਉਹ ਵੀ ਆਪ ਜੀ ਨੇ ਪੜ੍ਹੀਆਂ ਹੋਣੀਆਂ। ਇੱਕ ਦੋ ਤੁਕਾਂ ਮੈਂ ਵੀ ਆਪ ਜੀ ਦੇ ਅੱਗੇ ਪੇਸ਼ ਕਰਦਾ। ਕਵੀ ਕਾਲੀਦਾਸ ਜੀ ਆਪਣੀ ਕਵਿਤਾ ਦੇ ਵਿੱਚ, ਰਚਨਾ ਦੇ ਵਿੱਚ ਲਿਖਦੇ ਨੇ, ਕਾਲੀਦਾਸ ਜਹਾਨ ਦਾ ਮੌਜ ਮੇਲਾ ਹੈ ਵੀ ਕੁਝ ਘੜੀ ਦੀ ਘੜੀ ਹੋਏ। ਉਹਨੇ ਕੀ ਹੈ ਕਿਸੇ ਦੇ ਨਾਲ ਹੱਸ ਪੁਣਾ, ਤਵਾ ਜਿੰਦੀ ਆਪ ਦੀ ਸੜੀ ਹੋਵੇ। ਉਸਨੇ ਕੀ ਹੈ ਰੱਬ ਨੂੰ ਯਾਦ ਕਰਨਾ, ਖਾਣੀ ਜਿੰਨੇ ਅੰਨ ਦੀ ਧੜੀ ਹੋਵੇ। ਇਹਨਾਂ ਪ੍ਰਸੰਗਾਂ ਤੋਂ ਫਿਰ ਇਹ ਸੋਝੀ ਮਿਲਦੀ ਕਿ ਪੰਜਾਬੀ ਬੋਲੀ ਇਹ ਜਿਹੜੀ ਬੜੀ ਪੁਰਾਤਨ ਹੈ, ਅੱਜ ਦੀ ਨਹੀਂ। ਗੁਰਮੁਖੀ ਨੂੰ ਜਨਮ ਧੰਨ ਗੁਰੂ ਮਹਾਰਾਜ ਜੀ ਨੇ, ਸੱਚੇ ਸਤਿਗੁਰ ਨੇ ਦਿੱਤਾ ਹੈ। ਜੋ ਗੁਰਬਾਣੀ ਹੈ ਗੁਰਮੁਖੀ ਦੇ ਵਿੱਚ ਲਿਖੀ ਹੈ। ਇਸ ਕਰਕੇ ਕਿਤਾਬਾਂ ਨੇ ਜਿਹੜੀਆਂ ਸਕੂਲੀ, ਉਹਨਾਂ ਨਾਲ ਗੁਰਬਾਣੀ ਦੇ ਸ਼ਬਦ ਨੇ ਜਿਹੜੇ, ਇਹਨਾਂ ਦੀਆਂ ਲਗਾ ਮਾਤਰਾ ਮੇਲ ਨਹੀਂ ਖਾਂਦੀਆਂ। ਰੋਹ ਵਿਚਾਰ ਮੈਂ ਇਸ ਪਾਸੇ ਨਾ ਜਾਵਾਂ। ਕਵੀ ਕਾਲੀਦਾਸ ਹੋਏ ਨੇ ਰਾਜਾ ਭੋਜ ਦੇ ਰਾਜ ਦਰਬਾਰ ਦੇ ਵਿੱਚ 1400 ਕਵੀਆਂ ਦੇ, 1400 ਵਿਦਵਾਨਾਂ ਦੇ ਇਹ ਮੁਖੀ ਸਨ, ਜਥੇਦਾਰ ਸਨ। ਤੇ ਕਾਸ਼ੀ ਤੋਂ 4 ਬੱਚੀਆਂ ਨੇ ਜਿਹੜੀਆਂ, ਉਹਨਾਂ ਨੇ ਵਿਦਿਆ ਪ੍ਰਾਪਤ ਕੀਤੀ। ਜ਼ਿਆਦੀਆਂ ਨੇ ਵਿਦਿਆ ਪ੍ਰਾਪਤ ਕੀਤੀ ਹੋਣੀ ਹੈ, ਪਰ 4 ਸਨ ਜਿਹੜੀਆਂ, ਇਹਨਾਂ ਦਾ ਆਪਸ ਦੇ ਵਿੱਚ ਕੁਦਰਤੀ ਤੌਰ ਤੇ ਬੜਾ ਪਿਆਰ ਪੈ ਗਿਆ। ਵਿਦਿਆ ਪ੍ਰਾਪਤ ਹੋ ਗਈ ਹੈ ਤੇ ਪਿਆਰ ਜਿਹੜਾ ਉਹ ਦਿਨੋਂ ਦਿਨ ਵੱਧਦਾ ਜਾਂਦਾ ਹੈ। ਇਹਨਾਂ ਨੇ ਆਪਣੇ ਪਿਆਰ ਵਸ ਹੋ ਕੇ ਤੇ 4 ਜਾਣੀਆਂ ਨੇ ਫੈਸਲਾ ਕਰ ਲਿਆ ਵੀ ਆਪਾਂ ਨਾ ਇਕੱਠੀਆਂ ਰਵਾਂਗੀਆਂ, ਤੇ ਇਕੱਠੀਆਂ ਤਾਂ ਹੀ ਰਵਾਂਗੀਆਂ ਜੇ ਆਪਾਂ 4 ਨੂੰ ਇੱਕੋ ਹੀ ਪਤੀ ਮਿਲ ਜਾਵੇ। ਤਾਂ ਜੇ ਆਪਾਂ 4 ਰਲ ਕੇ ਇੱਕ ਪਤੀ ਦੇ ਨਾਲ ਵਿਆਹ ਕਰਵਾ ਲਈਏ। ਇਹ ਫੈਸਲਾ ਇਹਨਾਂ ਦਾ ਜਿਹੜਾ ਸੀ ਇਹ ਪਾਸ ਹੋ ਗਿਆ। 4 ਸਹਿਮਤ ਹੋ ਗਈਆਂ ਵੀ ਠੀਕ ਹੈ, ਆਪਾਂ ਇਕੱਠੀਆਂ ਰਵਾਂਗੀਆਂ ਤੇ ਇੱਕ ਪਤੀ ਦੇ ਨਾਲ ਵਿਆਹ ਕਰਾਵਾਂਗੀਆਂ। ਫਿਰ ਅੱਗੇ ਸਵਾਲ ਇਹ ਪੈਦਾ ਹੋਇਆ ਵੀ ਆਪਾਂ ਤਾਂ ਬੜੀ ਵਿਦਿਆ ਪ੍ਰਾਪਤ ਕੀਤੀ ਹੈ, ਬੜੀਆਂ ਵਿਦਵਾਨ ਆ, ਤੇ ਹੁਣ ਪਤੀ ਵੀ ਸਾਡਾ ਜਿਹੜਾ ਹੈ ਉਹ ਬੜਾ ਵਿਦਵਾਨ ਹੋਣਾ ਚਾਹੀਦਾ ਹੈ, ਪੜ੍ਹਿਆ ਲਿਖਿਆ ਹੋਣਾ ਚਾਹੀਦਾ ਹੈ। ਜਿਵੇਂ ਅੱਜ ਕੱਲ੍ਹ ਆਪਾਂ ਬੱਚੇ ਦਾ ਰਿਸ਼ਤਾ ਵੇਖਦੇ ਹਾਂ ਤੇ ਤਕਰੀਬਨ ਹੀ ਉਹਨਾਂ ਦੀ ਉਮਰ ਵੀ ਵੇਖਦੇ ਹਾਂ, ਫਿਰ ਉਹਨਾਂ ਦੀ ਵਿਦਿਆ ਵੀ ਵੇਖਦੇ ਹਾਂ, ਫਿਰ ਪਰਿਵਾਰ ਦੀ ਜਿਹੜੀ ਜਾਇਦਾਦ ਤੇ ਉਸ ਨੂੰ ਵੀ ਤੋਲਦੇ ਹਾਂ। ਇਹ ਆਦਿ ਕਾਲ ਤੋਂ ਚੱਲਦਾ ਆ ਰਿਹਾ ਹੈ। ਇਹਨਾਂ ਨੇ ਸੁਣਿਆ ਵੀ ਰਾਜਾ ਭੋਜ, ਉਹਦੀ ਸਭਾ ਦੇ ਵਿੱਚ 1400 ਵਿਦਵਾਨ ਨੇ, ਤੇ ਚਲੋ ਸ਼ਾਇਦ ਉੱਥੇ ਸਾਨੂੰ ਪਤੀ ਮਿਲ ਜਾਵੇ ਜਿਹੜਾ ਬੜਾ ਵਿਦਵਾਨ ਹੋਵੇ। ਤੇ ਹੁਣ ਵਿਦਵਾਨ ਦੀ ਪਰਖ ਕਿਵੇਂ ਕਰਨੀ ਹੈ, ਜਾ ਕੇ ਇਹਨਾਂ ਨੇ ਸਵਾਲ ਪੈਦਾ ਕਰ ਦਿੱਤਾ ਰਾਜਾ ਭੋਜ ਦੇ ਅੱਗੇ ਵੀ ਆਪ ਜੀ ਦੀ ਸਭਾ ਦੇ ਵਿੱਚ, ਦਰਬਾਰ ਦੇ ਵਿੱਚ 1400 ਵਿਦਵਾਨ ਨੇ, ਤੇ ਜਿਹੜਾ ਸਾਡੇ ਸਵਾਲਾਂ ਦੇ ਜਵਾਬ ਦੇ ਦੇਵੇਗਾ ਨਾ, ਉਹਨੂੰ ਅਸੀਂ ਪਤੀ ਦੇ ਰੂਪ ਦੇ ਵਿੱਚ ਵਿਚਾਰੀ ਮੰਨ ਲਵਾਂਗੀਆਂ। ਤੇ ਸਵਾਲ ਕੀ ਹੈ, ਸਾਡਾ ਜਿਹੜਾ ਪਿਛੋਕੜ ਹੈ, ਜਾਂ ਇਸ ਤਰ੍ਹਾਂ ਕਹਿ ਲਓ ਅਸੀਂ ਕਿਹੜੀ ਬਲਾਦਰੀ ਦੇ ਨਾਲ, ਕਿਹੜੇ ਪਰਿਵਾਰ ਦੇ ਵਿੱਚ ਜਨਮ ਲਿਆ ਹੈ। ਅਸੀਂ ਮਿਸਤਰੀ ਹਾਂ, ਅਸੀਂ ਸੁਨਿਆਰ ਹਾਂ, ਅਸੀਂ ਘੁਮਿਆਰ ਹਾਂ, ਅਸੀਂ ਕੌਣ ਹਾਂ, ਕਿਹੜੀ ਬਲਾਦਰੀ ਦੇ ਵਿੱਚ ਅਸੀਂ ਜਨਮ ਲਿਆ ਹੈ, ਇਹ ਦੱਸਣਾ ਹੈ। ਹੁਣ ਕਿਸੇ ਦੇ ਮੱਥੇ ਤੇ ਤਾਂ ਲਿਖਿਆ ਨਹੀਂ ਹੁੰਦਾ ਵੀ ਜੱਟ ਦਾ ਮੁੰਡਾ ਹੈ, ਤੇ ਨਾ ਹੀ ਕਿਸੇ ਦੇ ਮੱਥੇ ਤੇ ਲਿਖਿਆ ਹੁੰਦਾ ਵੀ ਇਹ ਬਾਣੀਏ ਦਾ ਮੁੰਡਾ ਹੈ। ਇਹ ਗੱਲ ਫਿਰ ਜਿਵੇਂ ਪਿੱਛੇ ਆਪ ਜੀ ਨੂੰ ਮੈਂ ਇੱਕ ਦਿਨ ਸਰਵਣ ਕਰਾਈ ਸੀ, ਕਵੀ ਕਾਲੀਦਾਸ ਰਾਜਾ ਭੋਜ ਦਾ ਪ੍ਰਸੰਗ, ਲੋਭ ਦੀ ਦਲਦਲ।
ਉਸੇ ਤਰ੍ਹਾਂ ਗੱਲ ਹੈ ਜਿਹੜੀ ਉਹ ਫਿਰ ਕਵੀ ਕਾਲੀਦਾਸ ਤੇ ਆ ਗਈ ਹੈ ਭਈ ਹੁਣ ਕਿਸੇ ਹੋਰ ਨੂੰ ਤਾਂ ਨਹੀਂ ਪਤਾ ਲੱਗਦਾ। ਤੇ ਤੂੰ ਦੱਸ, ਕਵੀ ਕਾਲੀਦਾਸ ਬੜੇ ਸੂਝਵਾਨ ਸਨ, ਬੜੇ ਸਿਆਣੇ ਸਨ। ਇਹਨਾਂ ਨੇ ਆਖਿਆ ਜੀ ਅਸੀਂ ਤਾਂ ਵਿਦਵਾਨ ਹੈਗੇ ਹਾਂ ਤੇ ਉੱਤਰ ਦੇ ਦੇਵਾਂਗੇ, ਤੇ ਸਾਨੂੰ ਕਿਵੇਂ ਪਤਾ ਲੱਗੇ ਵੀ ਇਹਨਾਂ ਨੇ ਬੜੀ ਵਿੱਦਿਆ ਪੜ੍ਹੀ ਹੈ। ਕਿਉਂਕਿ ਜਦੋਂ ਤੱਕ ਅਗਲਾ ਬੋਲਦਾ ਨਹੀਂ ਹੈਗਾ, ਅਗਲਾ ਕੁਝ ਆਖਦਾ ਨਹੀਂ ਹੈਗਾ, ਉਹਦੇ ਅੰਦਰ ਮਨ ਦੇ ਜਿਹੜੇ ਖਿਆਲ ਨੇ ਉਹਨਾਂ ਦਾ ਨਹੀਂ ਪਤਾ ਲੱਗਦਾ ਵੀ ਇਹ ਕਿਤਨਾ ਕੁ ਧਾਰਮਿਕ ਹੈ ਤੇ ਇਹ ਕਿਤਨਾ ਕੁ ਰਾਜਨੀਤਿਕ ਹੈ, ਇਹ ਕਿਸ ਵਜ੍ਹਾ ਦਾ, ਇਹ ਅੰਦਰੋਂ ਕਿਸ ਤਰ੍ਹਾਂ ਦਾ ਹੈ, ਉਹਦੇ ਬੋਲਾਂ ਤੋਂ ਪਤਾ ਲੱਗਦਾ ਹੈ। ਬੋਲਦੀਆਂ ਇਹ ਹੈ ਨਹੀਂ। ਕਵੀ ਕਾਲੀਦਾਸ ਨੇ ਇੱਕ ਯੁਕਤੀ ਬਣਾਈ ਵੀ ਚਲੋ ਆਪਾਂ ਇਸ ਬਹਾਨੇ ਨਾਲ ਇਹਨਾਂ ਨੂੰ ਬੁਲਾ ਲੈਂਦੇ ਹਾਂ ਵੀ ਤੁਸੀਂ ਸਾਨੂੰ, ਸਾਡੇ ਹਰ ਰੋਜ਼ ਇੱਥੇ ਸਵੇਰੇ ਕਥਾ ਹੁੰਦੀ ਹੈ, ਦਰਬਾਰ ਸੱਜਦਾ, ਕਥਾ ਹੁੰਦੀ ਹੈ ਵੇਦਾਂ ਸ਼ਾਸਤਰਾਂ ਦੀ, ਤੇ ਤੁਸੀਂ ਕਥਾ ਕਰਨੀ ਹੈ, 4 ਜਾਣੀਆਂ ਨੇ। ਉਸ ਤੋਂ ਉਪਰੰਤ ਸਾਨੂੰ ਪਤਾ ਲੱਗ ਜਾਏਗਾ ਵੀ ਤੁਸੀਂ ਵਿਦਵਾਨ ਹੋ, ਤੇ ਫਿਰ ਅਸੀਂ ਤੁਹਾਡੇ ਇਹ ਸਵਾਲਾਂ ਦੇ ਜਵਾਬ ਨੇ ਜਿਹੜੇ ਦੇ ਦਿਆਂਗੇ, ਜਾਂ ਦੱਸ ਦਿਆਂਗੇ ਤੁਸੀਂ ਕਿਹੜੀ ਬਲਾਦਰੀ ਦੇ ਨਾਲ ਸੰਬੰਧ ਰੱਖਦੇ ਹੋ। ਇੱਕੋ ਹੀ ਸ਼ਬਦ 4 ਬੱਚੀਆਂ ਨੂੰ ਦਿੱਤਾ ਗਿਆ ਹੈ ਤੇ ਵਾਰੀ-ਵਾਰੀ ਇਹਨਾਂ 4 ਜਾਣੀਆਂ ਨੇ ਉਹਦੇ ਅਰਥ ਕਰਨੇ ਸ਼ੁਰੂ ਕਰ ਦਿੱਤੇ ਨੇ। ਸ਼ਬਦ ਜਿਹੜਾ ਇਹ ਸੰਸਕ੍ਰਿਤੀ ਦੇ ਵਿੱਚ, ਪਹਿਲੋਂ ਮੈਨੂੰ ਸੰਸਕ੍ਰਿਤੀ ਪੜ੍ਹਨੀ ਪਏਗੀ, ਫਿਰ ਪੰਜਾਬੀ 'ਚ ਸਮਝਾਉਣਾ ਪਏਗਾ, ਕਿਉਂ ਨਾ ਮੈਂ ਪਹਿਲੋਂ ਹੀ ਪੰਜਾਬੀ 'ਚ ਦੱਸ ਦਿਆਂ। ਇਹਦੇ ਵਿੱਚ ਪ੍ਰਸੰਗ ਆਇਆ ਮਨ ਦਾ, ਵੀ ਮਨ ਜਿਹੜਾ ਉਹ ਸੇਵਾ ਤੇ ਸਿਮਰਨ ਦੇ ਨਾਲ ਸਿੱਧਾ ਹੋ ਜਾਂਦਾ ਹੈ। ਮਨ ਜਿਹੜਾ ਉਹ ਸੇਵਾ ਤੇ ਸਿਮਰਨ ਦੇ ਨਾਲ ਸਿੱਧਾ ਹੋ ਜਾਂਦਾ ਹੈ, ਇਹ ਪ੍ਰਸੰਗ ਆਇਆ ਹੈ ਇਸ ਸ਼ਬਦ ਦੇ ਵਿੱਚ। ਹੁਣ ਪਹਿਲੀ ਬੱਚੀ ਦਾ ਜਦੋਂ ਨੰਬਰ ਲੱਗਿਆ ਵੀ ਚੱਲ ਸ਼ਬਦ ਦੀ ਵਿਆਖਿਆ ਕਰ, ਤੇ ਇਹਨੇ ਇਹ ਸੰਗਤਾਂ ਨੂੰ ਸਮਝਾਉਣ ਦੇ ਲਈ ਨੁਕਤਾ ਚੁਣਿਆ ਵੀ ਜਿਵੇਂ ਮਿਸਤਰੀ ਨਾ ਰੰਦੇ ਦੇ ਨਾਲ ਲੱਕੜ ਨੂੰ ਰੰਧ ਕੇ ਉਹਦੇ ਵਲਾਵੇਂ ਕੱਢ ਦਿੰਦਾ, ਇਸ ਤਰ੍ਹਾਂ ਸੇਵਾ ਤੇ ਸਿਮਰਨ ਦੇ ਨਾਲ ਮਨ ਦੇ ਵਲਾਵੇਂ ਨਿਕਲ ਜਾਂਦੇ ਨੇ। ਕਵੀ ਕਾਲੀਦਾਸ ਨੇ ਨੋਟ ਕਰ ਲਿਆ। ਹੁਣ ਦੂਜੀ ਦੀ ਵਾਰੀ ਆਈ ਏ, ਇਹ ਕਹਿੰਦੀ ਜੀ ਜਿਵੇਂ ਸੁਨਿਆਰ ਸੋਨੇ ਨੂੰ ਘੜ ਕੇ ਗਹਿਣਾ ਬਣਾ ਦਿੰਦਾ, ਇਸ ਤਰ੍ਹਾਂ ਸੇਵਾ ਤੇ ਸਿਮਰਨ ਦੇ ਨਾਲ ਮਨ ਨੂੰ ਘੜ ਕੇ ਗਹਿਣਾ ਬਣਾ ਲਈਦਾ ਹੈ। ਵਾਰੀ ਤੀਜੀ ਦੀ ਆ ਗਈ ਏ, ਉਹ ਕਹਿੰਦੀ ਜੀ ਜਿਵੇਂ ਘੁਮਿਆਰ ਘੜੇ ਚੋਂ ਚਿੱਬ ਕੱਢ ਦਿੰਦਾ ਥੱਪੜੇ ਦੇ ਨਾਲ, ਇਸ ਤਰ੍ਹਾਂ ਮਨ ਦੇ ਸੇਵਾ ਤੇ ਸਿਮਰਨ ਦੇ ਨਾਲ ਚਿੱਬ ਕੱਢ ਕੇ ਤੇ ਇਹਨੂੰ ਸਿੱਧਾ ਕੀਤਾ ਜਾਂਦਾ ਹੈ, ਸੁਥਰਾ ਬਣਾਇਆ ਜਾਂਦਾ ਹੈ। ਵਾਰੀ ਚੌਥੀ ਦੀ ਆ ਗਈ, ਉਹ ਕਹਿੰਦੀ ਜਿਵੇਂ ਨੱਕ ਪਾ ਕੇ ਅੜਕ ਵਹਿ ਕੇ ਨੂੰ ਹਾਲੀ ਕੱਢ ਲਈਦਾ ਨਾ, ਇਸ ਤਰ੍ਹਾਂ ਸੇਵਾ ਤੇ ਸਿਮਰਨ ਦੇ ਨਾਲ ਮਨ ਜਿਹੜਾ ਇਹਨੂੰ ਹਾਲੀ ਕੱਢਿਆ ਜਾਂਦਾ, ਸਿੱਧਾ ਕੀਤਾ ਜਾਂਦਾ ਹੈ। ਸਮਾਂ ਆ ਗਿਆ ਹੁਣ ਜਵਾਬ ਦੇਣ ਦਾ। ਕਵੀ ਕਾਲੀਦਾਸ ਨੇ ਪਹਿਲੀ ਤੋਂ ਨੋਟ ਕੀਤਾ ਵੀ ਮਿਸਤਰੀਆਂ ਦੀ ਕੁੜੀ, ਇਹਨੂੰ ਸੰਦਾਂ ਦਾ ਪਤਾ ਹੈ। ਜਿਵੇਂ ਤੁਸੀਂ ਮੇਰੇ ਤੋਂ ਵੀ ਕਥਾ ਸੁਣਦੇ ਹੋ ਤੇ ਹੋਰ ਵੀ ਵਿਦਵਾਨਾਂ ਦੀ ਕਥਾ ਸੁਣਦੇ ਹੋ, ਤਕਰੀਬਨ ਹੀ ਮੈਂ ਵੇਖਿਆ ਵੀ ਹੋਰ ਕੋਈ ਵੀ ਵਿਦਵਾਨ ਸਕੂਲ ਦਾ ਜ਼ਿਕਰ ਨਹੀਂ ਕਰਦਾ, ਤੇ ਮੈਂ ਸਕੂਲ ਦਾ ਜ਼ਿਕਰ ਜ਼ਿਆਦਾ ਕਰਦਾ, ਕਿਉਂਕਿ ਸਕੂਲ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਂਦਾ ਰਿਹਾ ਤੇ ਮੇਰੇ ਮਨ ਦਾ ਹਿੱਸਾ ਬਣ ਗਿਆ। ਇਹੀ ਗੱਲ ਮੈਂ ਸਮਝਾਣੀ ਸੀ। ਇਸ ਤਰ੍ਹਾਂ ਸਾਡੇ ਸਰੀਰ ਦੁਆਰਾ ਕੀਤੀ ਗਈ ਕਿਰਿਆ ਜਿਹੜੀ ਹੌਲੀ ਹੌਲੀ ਉਹ ਮਨ ਦਾ ਹਿੱਸਾ ਬਣ ਜਾਂਦੀ ਹੈ, ਤੇ ਫਿਰ ਉਹ ਸਾਡੇ ਕਰਮ ਬਣ ਜਾਂਦੇ ਨੇ। ਚਲੋ ਹੁਣ ਮੈਂ ਬਾਕੀ ਵੀ ਦੱਸ ਹੀ ਦਿਆਂ। ਪਹਿਲੀ ਦਾ ਪਤਾ ਲੱਗ ਗਿਆ ਮਿਸਤਰੀਆਂ ਦੀ ਕੁੜੀ ਹੈ, ਤੇ ਦੂਜੀ ਕਹਿੰਦੀ ਸੋਨੇ ਦੀ, ਜਿਵੇਂ ਸੁਨਿਆਰ ਸੋਨੇ ਨੂੰ ਘੜ ਕੇ ਗਹਿਣਾ ਬਣਾ ਦਿੰਦਾ, ਕਹਿੰਦਾ ਜੀ ਇਹ ਸੁਨਿਆਰਾਂ ਦੀ ਕੁੜੀ ਹੈ, ਕਿਉਂਕਿ ਇਹਦਾ ਪੈਤਰਿਕ ਧੰਦਾ ਜਿਹੜਾ ਉਹ ਸੁਨਿਆਰਿਆਂ ਵਾਲਾ, ਸੋਨੇ ਵਾਲਾ ਹੈ। ਵਾਰੀ ਤੀਜੀ ਦੀ ਆ ਗਈ, ਕਹਿੰਦਾ ਜੀ ਇਹ ਘੁਮਿਆਰਾਂ ਦੀ ਕੁੜੀ ਹੈ। ਚੌਥੀ ਦੀ ਵਾਰੀ ਆਈ, ਕਹਿੰਦਾ ਜੀ ਇਹ ਜੱਟਾਂ ਦੀ ਕੁੜੀ ਹੈ, ਜੱਟਾਂ ਦਾ ਕੰਮ ਹੁੰਦਾ ਵੱਛਿਆਂ ਨੂੰ ਹਾਲੀ ਕੱਢਣਾ ਤੇ ਨੱਥਾਂ ਮਾਰਨੀਆਂ। ਸੋ ਇਸ ਤਰ੍ਹਾਂ ਜਿਹੜਾ ਸਾਡਾ ਸਰੀਰਕ ਕਿਰਿਆ ਹੈ ਇਹ ਹੌਲੀ ਹੌਲੀ ਮਨ ਦਾ ਹਿੱਸਾ ਬਣ ਜਾਂਦੀ ਹੈ, ਤੇ ਫਿਰ ਉਸੇ ਤਰ੍ਹਾਂ ਦਾ ਖਿਆਲ, ਉਸੇ ਤਰ੍ਹਾਂ ਦੀ ਗੱਲ ਹੈ ਜਿਹੜੀ ਉਹ ਮਨ ਦੇ ਵਿੱਚੋਂ ਨਿਕਲਦੀ ਹੈ, ਉਸੇ ਤਰ੍ਹਾਂ ਦਾ ਸਾਡਾ ਫਿਰ ਸੁਭਾਅ ਬਣ ਜਾਂਦਾ ਹੈ। ਗੁਰਬਾਣੀ ਦੇ ਅੰਦਰ ਜੋ ਸਰੀਰ ਨੂੰ ਖੇਤ ਆਖਿਆ ਹੈ, ਤੇ ਵੇਖੋ ਜਿਹੜਾ ਖੇਤ ਹੈ ਉਹਦੇ ਤੋਂ ਫਸਲ ਉੱਤੋਂ ਵੱਢੀ ਜਾਂਦੀ ਹੈ, ਤੇ ਜੜ੍ਹਾਂ ਨੇ ਨਾ ਜਿਹੜੀਆਂ ਉਹ ਥੱਲੇ ਰਹਿ ਜਾਂਦੀਆਂ ਨੇ, ਤੇ ਜੜ੍ਹਾਂ ਨੇ ਜਿਹੜੀਆਂ ਉਹਦੇ ਵਿੱਚ ਕਹਿੰਦੇ ਨੇ ਨਾਈਟ੍ਰੋਜਨ ਹੁੰਦੀ ਹੈ ਜੜ੍ਹਾਂ ਦੇ ਵਿੱਚ, ਤੇ ਉਹ ਗਲ ਕੇ ਦੁਬਾਰਾ ਅਗਲੀ ਫਸਲ ਹੈ ਜਿਹੜੀ ਉਹਨੂੰ ਉਪਜਾਊ ਬਣਾਉਣ ਦੇ ਵਿੱਚ ਸਹਾਇਕ ਹੁੰਦੀਆਂ ਨੇ। ਤਾਂ ਕਰਕੇ
ਜਿਹੜੇ ਖੇਤੀਬਾੜੀ ਕਰਨ ਵਾਲੇ ਮਾਹਿਰ ਨੇ ਉਹ ਕਹਿੰਦੇ ਨੇ ਫਸਲ ਸਾਨੂੰ ਬਦਲ ਬਦਲ ਕੇ ਬੀਜਣੀ ਚਾਹੀਦੀ ਹੈ, ਕਿਉਂਕਿ ਜਿਹੜੇ ਜੜ੍ਹਾਂ ਦੇ ਤੱਤ ਨੇ ਉਹ ਵੱਖੋ ਵੱਖਰੇ ਜ਼ਮੀਨ ਨੂੰ ਮਿਲਦੇ ਰਹਿਣ ਤੇ ਧਰਤੀ ਜਿਹੜੀ ਇਹ ਉਪਜਾਊ ਬਣੀ ਰਵੇ। ਇਹੋ ਸਰੀਰ ਕਰਮ ਕੀ ਧਰਤੀ, ਇਹ ਸਰੀਰ ਹੈ ਜਿਹੜਾ ਇਹ ਕਰਮ ਦੀ ਧਰਤੀ ਹੈ, ਪਰ ਸਰੀਰ ਦੇ ਨਾਲ ਕੀਤਾ ਗਿਆ ਜਿਹੜਾ ਕਰਮ ਹੈ ਉਹ ਉਦੋਂ ਖਤਮ ਹੋ ਜਾਣਾ ਜਦੋਂ ਸਰੀਰ ਖਤਮ ਹੋ ਗਿਆ। ਤੇ ਜੇ ਉਹ ਕਰਮ ਮਨ ਦਾ ਹਿੱਸਾ ਬਣ ਗਿਆ ਤੇ ਫਿਰ ਉਹ ਸਾਡੇ ਸੰਸਕਾਰ ਬਣ ਗਏ ਨੇ, ਉਹ ਫਿਰ ਸੁਭਾਅ ਬਣ ਗਿਆ, ਉਹ ਸਾਡਾ ਜਨਮਾਂ ਜਨਮਾਂਤਰਾਂ ਦਾ ਅੱਗੇ ਜਾਏਗਾ। ਗੁਰਮੁਖ ਮੱਥ ਮੱਥ ਤਤ ਕਢਈਆ, ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਜਿਹੜਾ ਗੁਰਮੁਖ ਹੈ ਨਾ, ਹੁਣ ਗੁਰਮੁਖ ਕੌਣ ਹੈ? ਗੁਰਮੁਖ ਉਹੀ ਹੈ ਜਿਹਨੇ ਸਰੀਰ ਦੇ ਨਾਲ ਕੇਵਲ ਤੇ ਕੇਵਲ ਸੇਵਾ ਤੇ ਸਿਮਰਨ ਦੀ ਕਿਰਿਆ ਕੀਤੀ ਹੈ, ਤੇ ਹੁਣ ਸੇਵਾ ਤੇ ਸਿਮਰਨ ਉਹਦੇ ਮਨ ਦਾ ਹਿੱਸਾ ਬਣ ਗਿਆ ਹੈ। ਮਨ ਦਾ ਹਿੱਸਾ ਬਣ ਗਿਆ, ਮਨ ਦਾ ਸੁਭਾਅ ਹੀ ਇਹ ਬਣ ਗਿਆ ਵੀ ਸੇਵਾ ਤੇ ਸਿਮਰਨ ਕਰਨ ਵਾਲਾ ਹੋਰ ਕਿਸੇ ਪਾਸੇ ਹੁਣ ਮਨ ਜਾਂਦਾ ਹੀ ਨਹੀਂ। ਹੁਣ ਜਿਹਦਾ ਸੁਭਾਅ ਜਿਸ ਤਰ੍ਹਾਂ ਦਾ ਬਣ ਜਾਂਦਾ ਹੈ ਉਹ ਫਿਰ ਉਸ ਤਰ੍ਹਾਂ ਦੀ ਕੰਮ ਕਰਦਾ ਰਹਿੰਦਾ ਹੈ। ਜਿਸ ਤਰ੍ਹਾਂ ਦਾ ਸੁਭਾਅ ਹੈ ਉਸ ਤਰ੍ਹਾਂ ਦਾ ਫਿਰ ਉਹਦਾ ਰਹਿਣਾ ਬਹਿਣਾ ਬੋਲਣਾ ਚੱਲਣਾ ਸਾਰਾ ਕੁਝ ਹੋ ਜਾਂਦਾ ਹੈ। ਮੱਥ ਮੱਥ ਤਤ ਕਢਈਆ, ਜਿਹੜਾ ਗੁਰਮੁਖ ਹੈ ਸੇਵਾ ਦੇ ਸਿਮਰਨ ਦੇ ਨਾਲ ਸਰੀਰ ਨੂੰ ਮੱਥ ਮੱਥ ਕੇ ਰਿੜਕਿਆ ਸਰੀਰ ਹੀ ਜਾਏਗਾ, ਮੱਥਿਆ ਵਿੱਚ ਮਨ ਹੀ ਜਾਏਗਾ। ਰਿੜਕ ਰਿੜਕ ਕੇ ਇਹ ਸਰੀਰ ਨੂੰ ਮੱਥ ਮੱਥ ਕੇ ਤੇ ਮਨ ਦੇ ਵਿੱਚੋਂ ਤਤ ਸਰੂਪ ਪਰਮਾਤਮਾ, ਮਨ ਤੋਂ ਜੋਤ ਸਰੂਪ ਹੈ, ਇਸ ਦੀ ਪ੍ਰਾਪਤੀ ਕਰ ਲੈਂਦਾ ਹੈ ਜੀ। ਲਾਲ ਜਵੇਹਰ ਨਾਮ ਪ੍ਰਗਾਸਿਆ, ਭਾਂਡੈ ਭਾਉ ਪਵੈ ਤੇ ਆਈਆ। ਹੁਣ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਭਾਂਡੇ ਭਾਉ ਪਵੈ ਤਿਤ ਆਈਆ। ਆਪਾਂ ਵੇਖੋ ਧੰਨ ਗੁਰੂ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਬੈਠੇ ਹਾਂ। ਇੱਥੇ ਬੈਠਿਆਂ ਜੇ ਸਾਡੇ ਮਨ ਦੇ ਵਿੱਚ ਗੁਰੂ ਮਹਾਰਾਜ ਜੀ ਦਾ ਡਰ ਨਹੀਂ ਨਾ, ਤੇ ਫਿਰ ਅਸੀਂ ਗੁਰਬਾਣੀ ਨੂੰ ਸੁਣਨ ਦੀ ਬਜਾਏ ਇੱਕ ਦੂਜੇ ਦੇ ਨਾਲ ਗੱਲਾਂ ਵੀ ਕਰਾਂਗੇ, ਮਹਾਰਾਜ ਦੀ ਹਜ਼ੂਰੀ ਦੇ ਵਿੱਚ ਨਿੰਦਿਆ ਚੁਗਲੀ ਵੀ ਇੱਕ ਦੂਜੇ ਦੀ ਕਰਾਂਗੇ, ਕਿਉਂਕਿ ਮਹਾਰਾਜ ਦਾ ਡਰ ਹੀ ਨਹੀਂ। ਜੇ ਪਰਿਵਾਰ ਦੇ ਵਿੱਚ ਵੱਡਾ ਮੈਂਬਰ ਬੈਠਾ ਹੋਏ ਤੇ ਬਾਕੀ ਨੇ ਜਿਹੜੇ ਉਹਨਾਂ ਦੇ ਅੰਦਰ ਡਰ ਹੋਵੇ ਤੇ ਫਿਰ ਉਹ ਸ਼ਰਮ ਹਿਆ ਰੱਖਦੇ ਨੇ ਵੀ ਸਾਡਾ ਮੁਖੀ ਹੈ ਵਡੇਰਾ ਹੈ, ਇਹਦੇ ਕੋਲ ਇਸ ਤਰ੍ਹਾਂ ਦੀਆਂ ਜਿਹੜੀਆਂ ਚੌੜ ਵਾਲੀਆਂ ਇਲਤਾਂ ਵਾਲੀਆਂ ਗੱਲਾਂ ਨੇ ਨਹੀਂ ਕਰਨੀਆਂ ਬਣਦੀਆਂ। ਭਾਂਡੇ ਭਉ ਪਵੇ ਤਿਤ ਅਈਆ, ਲਾਲ ਜਵੇਹਰ ਨਾਮ ਪ੍ਰਗਾਸਿਆ। ਲਾਲ ਜਵੇਹਰ ਨਾਮ ਪਦਾਰਥ ਹੈ ਤੇ ਕਿਤਨਾ ਅਮੋਲਕ ਹੈ। ਹੀਰੇ ਲਾਲ ਜਵੇਹਰਾਤ ਨੇ ਨਾ ਜਿਹੜੇ ਇਸ ਨਾਮ ਦੇ ਤੁਲ ਨਹੀਂ ਹੈਗੇ, ਇਤਨਾ ਅਮੋਲਕ ਹੈ। ਇਹ ਦਾਤਾਂ ਵੀ ਤੁਛ ਰਹਿ ਜਾਂਦੀਆਂ ਨੇ। ਪ੍ਰਗਾਸਿਆ ਜਿਸ ਦੇ ਅੰਦਰ ਗੁਰੂ ਦੀ ਕਿਰਪਾ ਦੇ ਨਾਲ ਨਾਮ ਦਾ ਪ੍ਰਕਾਸ਼ ਹੋ ਗਿਆ, ਨਾਮ ਦਾ ਵਾਸਾ ਹੋ ਗਿਆ ਹੈ। ਭਾਂਡੇ ਭਾਉ, ਉਹਦੇ ਸਰੀਰ ਰੂਪੀ ਭਾਂਡੇ ਦੇ ਵਿੱਚ ਫਿਰ ਗੁਰੂ ਦਾ ਅਦਬ ਆ ਜਾਵੇਗਾ, ਗੁਰੂ ਦਾ ਸਤਿਕਾਰ ਹੋ ਜਾਵੇਗਾ, ਗੁਰੂ ਦਾ ਡਰ ਆ ਜਾਵੇਗਾ। ਪਵੇ ਤਿਤ ਅਈਆ, ਅਈਆ ਦਾ ਅਰਥ ਹੁੰਦਾ ਆਣ ਕੇ। ਉਸ ਭਾਂਡੇ ਦੇ ਵਿੱਚ ਫਿਰ ਗੁਰੂ ਦਾ ਡਰ, ਗੁਰੂ ਦਾ ਸਤਿਕਾਰ, ਗੁਰੂ ਦਾ ਭੈ ਨਾ ਜਿਹੜਾ ਉਹ ਆਪੇ ਹੀ ਆਣ ਕੇ ਪੈ ਜਾਂਦਾ ਹੈ, ਜਿਸ ਭਾਂਡੇ ਦੇ ਵਿੱਚ ਅਮੋਲਕ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ ਜੀ। ਦਾਸਨ ਦਾਸ ਦਾਸ ਹੋਏ ਰਹੀਐ, ਜੋ ਜਨ ਰਾਮ ਭਗਤ ਨਿਜ ਭਈਆ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਜੋ ਜਨ ਰਾਮ ਭਗਤ ਨਿਜ ਭਈਆ। ਜੋ ਜਨ ਰਾਮ, ਜਨ ਰਾਮ ਹਰ ਜਨ ਹਰ एक है, बिब विचार कृष्ण है। हर जन दो ही एक है, हर हरि परमात्मा, हर जन ते गुर सिख, ये इको ही रूप ने। जन राम, इत्थे भी जन राम का अर्थ है परमात्मा का गुर सिख। जन दास ते राम रवे हुए परमात्मा का। जो जन राम जेड़ा गुर सिख है, भगत निज, वो निजा भगती करता है। हम आखोगे निजा भगती, अपनी भगती। निज का अर्थ होंदा अपना, ये मेरा निजी कारज है, मेरा अपना काम है, ये साडी निजी गल है, भाव साडी गल है, किसी होर दे अगे पेश करने वाली नहीं, दसन वाली नहीं। ये मेरा निजी परिवार है, यानी मेरा परिवार है, किसी होर का नहीं। भगत निज, हुण सवाल पैदा होंदा है, आप दे लई भगती, भैया का अर्थ भरा, वो गुरमुख प्यारा भाई है जिहड़ा वो गुरसिख है, तो फिर वो आप दे लई भगती करता है। हुण सवाल पैदा होंदा भी दूजियां दे लई भी भगती कीती जांदी। हाँ भाई कीती जांदी है। जनक बदई ने जदों नरक खाली कीता सी
ਤੇ ਕਹਿੰਦੇ ਨੇ 2.5 ਘੜੀਆਂ ਭਗਤੀ ਕੀਤੀ ਸੀ ਤੇ ਉਹ ਨਰਕ ਚੋਂ ਕੱਢਣ ਵਾਸਤੇ ਉਹਨਾਂ ਦੇ ਨਿਮਿਤ ਕੀਤੀ ਸੀ। ਇਸੇ ਤਰ੍ਹਾਂ ਜਦੋਂ ਕੋਈ ਗੁਰੂ ਸਵਾਰਾ ਸਰੀਰ ਛੱਡ ਜਾਂਦਾ ਤੇ ਅਸੀਂ ਵੀ ਮਗਰੋਂ ਧੰਨ ਗੁਰਬਾਣੀ ਦਾ ਪਾਠ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ। ਇਹ ਬਾਣੀ ਪੜ੍ਹੀ ਸੁਣੀ ਹੈ ਨਾ ਜਿਹੜੀ, ਇਸ ਜੀਵ ਦੀ ਆਤਮਾ ਨੂੰ ਸਹਾਇਕ ਹੋਵੇ। ਪਰ ਇੱਥੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਜੋ ਸਾਨੂੰ ਦੱਸਦੇ ਨੇ, ਉਹ ਇਹ ਆਖਦੇ ਨੇ ਜੋ ਜਨ ਰਾਮ, ਜਿਹੜਾ ਗੁਰਸਿੱਖ, ਜਨ ਰਾਮ ਦਾ ਅਰਥ ਹੈ ਗੁਰਸਿੱਖ ਇਕੱਠਾ, ਜਨ ਰਾਮ ਗੁਰਸਿੱਖ ਭਗਤ ਨਿਜ, ਤੇ ਆਪ ਦੇ ਲਈ ਭਗਤੀ ਕਰਦਾ ਹੈ। ਭਈਆ ਹੈ ਗੁਰੂ ਸਵਾਰਿਓ, ਹੈ ਭਾਈਓ, ਉਹ ਗੁਰਸਿੱਖ ਹੈ ਜਿਹੜਾ ਜੋ ਆਪ ਦੇ ਲਈ ਭਗਤੀ ਕਰਦਾ। ਦਾਸਨ ਦਾਸ ਦਾਸ ਹੋਏ ਰਹੀਏ, ਅਸੀਂ ਉਸ ਗੁਰਸਿੱਖ ਦੇ ਦਾਸ ਬਣ ਕੇ ਰਹਿਣਾ ਹੈ। ਧੰਨ ਗੁਰੂ ਮਹਾਰਾਜ ਜੀ ਨੇ ਗੁਰੂ ਮਾਰਗ ਤੇ ਤੁਰਨ ਦਾ ਸਾਨੂੰ ਰਸਤਾ ਦੱਸਿਆ ਤੇ ਦੱਸ ਰਹੇ ਨੇ, ਦਾਸਨ ਦਾਸ ਦਾਸ ਹੋਏ ਰਹੀਏ, ਅਸੀਂ ਦਾਸਾਂ ਦੇ ਦਾਸ ਹੋ ਕੇ ਰਹਿਣਾ। ਤੇ ਕਿਹਦੇ ਦਾਸ ਹੋ ਕੇ ਰਹਿਣਾ ਹੈ? ਜੋ ਜਨ ਰਾਮ ਭਗਤ ਨਿਜ ਭਈਆ, ਭਾਈ ਜਿਹੜਾ ਆਪ ਦੇ ਲਈ ਭਗਤੀ ਕਰਦਾ ਹੈ ਉਹਦੇ ਦਾਸ ਬਣ ਕੇ ਰਹਿਣਾ। ਕਿਉਂਕਿ ਉਹ ਜਦੋਂ ਭਗਤੀ ਕਰੇਗਾ, ਭਜਨ ਬੰਦਗੀ ਕਰੇਗਾ, ਤੇ ਬੰਦਗੀ ਹੈ ਜਿਹੜੀ ਇਹ ਇਸ ਤਰ੍ਹਾਂ ਹੈ ਜਿਵੇਂ ਚੰਦਨ ਦੀ ਸੁਗੰਧੀ ਹੁੰਦੀ ਹੈ ਤੇ ਉਹਦੇ ਵਿੱਚੋਂ ਨਾਮ ਦੀ ਸੁਗੰਧੀ ਹੈ ਜਿਹੜੀ ਉਹ ਸਾਨੂੰ ਵੀ ਪ੍ਰਾਪਤ ਹੋ ਜਾਵੇਗੀ ਜੀ। ਮਨ ਬੁੱਧ ਅਰਪ ਧਰੋ ਗੁਰ ਆਗੈ, ਗੁਰ ਪ੍ਰਸਾਦੀ ਮੈਂ ਕਥ ਕਥਈਆ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਿੱਥੇ ਸਤ ਸੰਗੀਆਂ ਦੇ ਵਿੱਚ ਆਣ ਕੇ ਦਾਸਾ ਭਾਵ ਦੇ ਵਿੱਚ ਰਹਿਣਾ ਹੈ, ਉੱਥੇ ਮਨ ਤੇ ਬੁੱਧ ਨੇ ਜਿਹੜੀ ਇਹ ਗੁਰੂ ਦੇ ਅੱਗੇ ਅਰਪਣ ਕਰ ਦੇਣੀ ਹੈ। ਮਨ ਬੁੱਧ ਅਰਪ ਧਰੋ ਗੁਰ ਆਗੇ, ਇਹ ਗੁਰੂ ਨੂੰ ਅਰਪਣ ਕਰ ਦੇਣੀ। ਭਾਵ ਆਪਣੇ ਮਨ ਦੀਆਂ ਵਿਚਾਰਾਂ ਦੇ ਨਾਲ ਹੁਣ ਨਹੀਂ ਜਿਉਣਾ ਤੇ ਆਪਣੀ ਬੁੱਧੀ ਦੇ ਨਾਲ ਮਨ ਦੁਆਰਾ ਕੀਤੀਆਂ ਗਈਆਂ ਵਿਚਾਰਾਂ ਦੇ ਫੈਸਲੇ ਵੀ ਨਹੀਂ ਲੈਣੇ। ਮਨ ਵੀ ਗੁਰੂ ਦਾ ਤੇ ਹੁਣ ਬੁੱਧੀ ਵੀ ਗੁਰੂ ਦੀ ਹੈ ਜਿਹੜੀ, ਇਸ ਨੂੰ ਆਪਾਂ ਆਪਣੇ ਅੰਦਰ ਵਸਾਉਣਾ ਕਰਨਾ ਹੈ। ਗਿਆਨ ਹੈ ਜਿਹੜਾ ਇਹ ਵੀ ਗੁਰੂ ਦਾ ਤੇ ਵਿਚਾਰਾਂ ਨੇ ਜਿਹੜੀਆਂ ਇਹ ਵੀ ਗੁਰੂ ਦੀਆਂ। ਗੁਰ ਪ੍ਰਸਾਦੀ ਮੈਂ ਅਕਥ ਕਥਈਆ, ਜਦੋਂ ਇਸ ਤਰ੍ਹਾਂ ਗੁਰੂ ਦੀ ਕਿਰਪਾ ਹੋ ਜਾਵੇ, ਅਸੀਂ ਮਨ ਤੇ ਬੁੱਧ ਗੁਰੂ ਦੇ ਅੱਗੇ ਅਰਪਣ ਕਰ ਦਈਏ। ਗੁਰ ਪ੍ਰਸਾਦੀ, ਫਿਰ ਗੁਰੂ ਸਾਡੇ ਤੇ ਪ੍ਰਸਾਦੀ ਕਰਦਾ ਹੈ। ਪ੍ਰਸਾਦੀ ਦਾ ਅਰਥ ਹੈ ਕਿਰਪਾ ਕਰ ਦਿੱਤੀ। ਗੁਰ ਪ੍ਰਸਾਦੀ, ਗੁਰੂ ਨੇ ਕਿਰਪਾ ਕੀਤੀ ਹੈ। ਮੈਂ ਅਕਥ ਕਥਈਆ, ਅਕਥ ਨਾ ਕਥਿਆ ਜਾਣ ਵਾਲਾ, ਕਥਈਆ ਉਹ ਪ੍ਰਭੂ ਪਰਮਾਤਮਾ ਹੈ ਤਾਂ ਨਾ ਕਥਿਆ ਜਾਣ ਵਾਲਾ, ਪਰ ਗੁਰੂ ਨੇ ਕਿਰਪਾ ਕੀਤੀ ਹੈ, ਸਾਨੂੰ ਉਸ ਦੀ ਕਥਾ ਕਰਨ ਦੇ ਯੋਗ ਬਣਾ ਦਿੱਤਾ ਹੈ ਜੀ। ਮਨਮੁਖ ਮਾਇਆ ਮੋਹਿ ਵਿਆਪੇ, ਹੁਮਨ ਤ੍ਰਿਸ਼ਨਾ ਜਲਦ ਦਿਖਈਆ। ਅੱਗੇ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਮਨਮੁਖ ਜਿਹੜਾ ਇਹ ਗੁਰਮੁਖ ਦੇ ਬਿਲਕੁਲ ਉਲਟੇ। ਪਹਿਲੂ ਜਿਤਨੀਆਂ 3 ਪੌੜੀਆਂ ਦੇ ਵਿੱਚ ਗੁਰੂ ਜੀ ਨੇ, ਸੱਚੇ ਸਤਿਗੁਰੂ ਨੇ ਸਾਨੂੰ ਗੁਰਮੁਖ ਦੀ ਵਡਿਆਈ ਦੱਸੀ ਏ। ਸ਼ਬਦ ਚੱਲਿਆ ਸੀ ਗੁਰਮੁਖ ਅਗਮ ਅਗੋਚਰ ਤੇ ਆਇਆ। ਜਿਹੜਾ ਗੁਰਮੁਖ ਹੈ ਉਹ ਅਗਮਤਾ ਵਾਲੇ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ ਹੈ, ਅਗੋਚਰਤਾਈ ਵਾਲੇ ਪਰਮਾਤਮਾ ਦਾ ਨਾਮ ਜਪਦਾ ਹੈ। ਤੇ ਅਸੀਂ ਸੱਚੇ ਸਤਿਗੁਰ ਤੋਂ ਵਾਰਨੇ ਬਲਿਹਾਰਨੇ ਜਾਂਦੇ ਹਾਂ, ਜਿਨ੍ਹਾਂ ਨੇ ਇਸ ਕਲਯੁਗ ਦੇ ਵਿੱਚ ਸਾਡੀ ਰੱਖਿਆ ਕਰਕੇ ਸਾਨੂੰ ਸੱਚੇ ਸਤਿਗੁਰ ਦੇ ਨਾਮ ਦੇ ਨਾਲ ਜੋੜਿਆ ਹੈ। ਤੀਜੀ ਪੌੜੀ ਦੇ ਅੰਤ ਤੱਕ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਨੇ ਗੁਰਸਿੱਖ ਦੀ, ਗੁਰਮੁਖ ਦੀ ਵਡਿਆਈ ਕੀਤੀ ਹੈ ਤੇ ਨਾਮ ਜਪਣਾ, ਸੇਵਾ ਸਿਮਰਨ ਕਰਨਾ ਤੇ ਮਨ ਲਾ ਕੇ ਬਾਣੀ ਪੜ੍ਹਨੀ, ਸਿਮਰਨ ਕਰਨਾ ਸਾਨੂੰ ਇਹ ਦੱਸਿਆ। ਹੁਣ ਮਨਮੁਖ ਜਿਹੜਾ ਉਹਦੀਆਂ ਕੁਝ ਗੱਲਾਂ ਦੱਸਦੇ ਨੇ। ਮਨਮੁਖ ਮਾਇਆ ਮੋਹ ਵਿਆਪੇ, ਜਿਹੜਾ ਮਨਮੁਖ ਹੈ ਨਾ ਉਹਦਾ ਮਾਇਆ ਜਿਹੜਾ ਕਰਮ ਕਰਦੇ ਦਾ ਮਨ ਜਿਹੜਾ ਉਹ ਮਾਇਆ ਦੇ ਵਿੱਚ ਰਹੇਗਾ। ਮਨਮੁਖ ਮਾਇਆ ਮੋਹਿ ਵਿਆਪੇ, ਜਿਹੜਾ ਮਨਮੁਖ ਹੈ ਉਹ ਸੇਵਾ ਵੀ ਕਰੇਗਾ ਤੇ ਜੇ ਸਿਮਰਨ ਵੀ ਕਰੇਗਾ ਨਾ, ਉਹਦੇ ਸਰੀਰ ਦਾ ਕਰਮ ਬਣ ਜਾਵੇਗਾ ਪਰ ਮਨ ਦਾ ਹਿੱਸਾ ਨਹੀਂ ਬਣੇਗਾ। ਮਨ ਜਿਹੜਾ ਮਨ ਨੇ ਮਾਇਆ ਨੂੰ ਆਪਣਾ ਹਿੱਸਾ ਬਣਾਇਆ ਹੋਇਆ ਹੈ। ਮਨਮੁਖ ਮਾਇਆ ਮੋਹ ਵਿਆਪੇ, ਇਹੋ ਮਨ ਤ੍ਰਿਸ਼ਨਾ ਜਲਤ ਤਖਈਆ, ਤੇ ਇਹ ਮਨ ਜਿਹੜਾ ਇਹ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜ ਰਿਹਾ ਹੈ। ਤਖਈਆ ਦਾ ਅਰਥ ਹੁੰਦਾ ਹੈ ਬੜੀ ਤਿੱਖੀ ਪਿਆਸ ਲੱਗਣੀ, ਬੜਾ ਤਿੱਖਾ ਸੇਕ ਲੱਗਣਾ। ਜਲਤ ਤਖਈਆ ਆਪਾਂ ਕਹਿ ਦਿੰਦੇ ਨਾ, ਅੱਜ ਧੁੱਪ ਬੜੀ ਤਿੱਖੀ ਹੈ, ਤੇਜ ਨੂੰ ਤਿੱਖੀ ਵੀ ਆਖਿਆ ਜਾਂਦਾ ਹੈ। ਅੱਜ ਧੁੱਪ ਬੜੀ ਤੇਜ਼ ਹੈ, ਅੱਜ ਧੁੱਪ ਬੜੀ ਤਿੱਖੀ ਹੈ। ਜਲਤ ਤਖਈਆ ਤ੍ਰਿਸ਼ਨਾ, ਇਹ ਹੁਣ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਇਹੋ ਮਨ, ਇਹ ਮਨ ਹੈ ਨਾ ਜਿਹੜੇ ਮਨ ਨੇ ਮਾਇਆ ਨੂੰ ਆਪਣਾ ਹਿੱਸਾ ਬਣਾਇਆ ਹੈ, ਉਹ ਸਰੀਰ ਦੇ ਨਾਲ ਭਾਵੇਂ ਸੇਵਾ ਕਰ ਰਿਹਾ ਹੈ
ਤੇ ਭਾਵੇਂ ਸਿਮਰਨ ਕਰ ਰਿਹਾ ਹੈ। ਹੁਣ ਸਰੀਰ ਦਾ ਕਰਮ ਬਣ ਰਿਹਾ, ਮਨ ਦਾ ਕਰਮ ਨਹੀਂ ਬਣ ਰਿਹਾ। ਕਿਉਂ ਨਹੀਂ ਮਨ ਦਾ ਕਰਮ ਬਣ ਰਿਹਾ? ਕਿਉਂਕਿ ਮਨ ਹੈ ਜਿਹੜਾ ਉਹ ਮਾਇਆ ਦੇ ਵਿੱਚ ਲੱਗਿਆ ਹੋਇਆ ਹੈ। ਮਨ ਦੇ ਵਿੱਚ ਜੋ ਵਿਚਾਰਾਂ ਸੁਭਾਅ ਨੇ ਉਹ ਮਾਇਆ ਦੇ ਬਣੇ ਹੋਏ ਨੇ। ਇਸ ਕਰਕੇ ਮਨ ਹੈ ਜਿਹੜਾ ਇਹ ਤਰਸ਼ਾਲੂ ਹੋ ਰਿਹਾ ਹੈ ਤੇ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਜੋ ਬੜੀ ਤਿੱਖੀ ਸੜ ਰਿਹਾ ਹੈ ਜੀ। ਗੁਰਮਤਿ ਨਾਮ ਅੰਮ੍ਰਿਤ ਜਲ ਪਾਇਆ, ਗਨ ਬੁਝੀ ਗੁਰ ਸ਼ਬਦ ਬੁਝਈਆ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਜੇ ਅਸੀਂ ਗੁਰੂ ਦੀ ਮੱਤ ਵਾਲੇ ਹੋ ਜਾਈਏ ਨਾ ਤੇ ਗੁਰੂ ਦੀ ਮੱਤ ਵਾਲਿਆਂ ਨੂੰ ਗੁਰੂ ਮਹਾਰਾਜ ਜੀ ਦਾ ਨਾਮ ਹੈ ਜਿਹੜਾ ਇਹ ਅੰਮ੍ਰਿਤ ਪ੍ਰਾਪਤ ਹੁੰਦਾ ਏ। ਗੁਰਮਤਿ ਨਾਮ ਅੰਮ੍ਰਿਤ ਜਲ ਪਾਇਆ। ਹੁਣ ਅੱਗ ਜਿਹੜੀ ਉਹਨੂੰ ਬੁਝਾਉਣ ਦੇ ਲਈ ਪਾਣੀ ਦੀ ਲੋੜ ਹੈ। ਜਿਹੜੀ ਆਮ ਅੱਗ ਹੈ ਉਹਨੂੰ ਬੁਝਾਉਣ ਦੇ ਲਈ ਪਾਣੀ ਦੀ ਲੋੜ ਹੈ। ਇਸੇ ਤਰ੍ਹਾਂ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਇਹਨੂੰ ਬੁਝਾਉਣ ਦੇ ਲਈ ਨਾਮ ਰੂਪੀ ਅੰਮ੍ਰਿਤ ਦੀ ਲੋੜ ਹੈ। ਗੁਰਮਤਿ ਨਾਮ ਅੰਮ੍ਰਿਤ ਜਲ ਪਾਇਆ। ਜਿਹੜੇ ਗੁਰੂ ਦੀ ਮੱਤ ਵਾਲੇ ਨੇ ਉਹਨਾਂ ਨੇ ਨਾਮ ਰੂਪੀ ਅੰਮ੍ਰਿਤ ਜਲ ਪ੍ਰਾਪਤ ਕਰ ਲਿਆ ਹੈ। ਅਗਨ ਬੁਝੀ, ਜਿਵੇਂ ਜਲ ਦੇ ਨਾਲ ਅੱਗ ਬੁਝ ਜਾਂਦੀ ਏ, ਗੁਰ ਸ਼ਬਦ ਬੁਝਈਆ। ਇਸ ਤਰ੍ਹਾਂ ਗੁਰੂ ਦੇ ਸ਼ਬਦ ਦੇ ਨਾਲ, ਗੁਰੂ ਦੀ ਰਹਿਮਤ ਕਿਰਪਾ ਬਖਸ਼ਿਸ਼ ਦੇ ਨਾਲ ਤ੍ਰਿਸ਼ਨਾ ਦੀ ਅੱਗ ਵੀ ਫਿਰ ਉਹ ਗੁਰੂ ਸਵਾਰਿਆਂ ਦੇ ਅੰਦਰੋਂ ਬੁਝ ਜਾਂਦੀ ਏ। 4 ਪੌੜੀਆਂ ਦੀ ਵਿਆਖਿਆ ਆਪ ਸੰਗਤਾਂ ਨੇ ਸਰਵਣ ਕੀਤੀ ਏ। ਅੱਗੇ 4 ਪੌੜੀਆਂ ਰਹਿੰਦੀਆਂ ਨੇ। ਧੰਨ ਗੁਰੂ ਮਹਾਰਾਜ ਜੀ ਕਿਰਪਾ ਕਰਨਗੇ, ਆਉਣ ਵਾਲੇ ਸਮੇਂ ਦੇ ਵਿੱਚ ਆਪ ਸੇਵਾ ਲੈ ਲੈਣਗੇ। ਅੱਜ ਦੇ ਲਈ ਸੰਗਤਾਂ ਨੇ ਇਤਨੀ ਕੁ ਸੇਵਾ ਪ੍ਰਵਾਨ ਕਰਨੀ। ਸੱਚੇ ਸਤਿਗੁਰ ਦੇ ਅੱਗੇ ਅਰਦਾਸ ਬੇਨਤੀ ਜੋਦੜੀਏ, ਹੇ ਸੱਚੇ ਸਤਿਗੁਰ ਕਿਰਪਾ ਕਰ, ਰਹਿਮਤ ਕਰ, ਸਾਡਾ ਵੀ ਮਨ ਸੇਵਾ ਤੇ ਸਿਮਰਨ ਦੇ ਵਿੱਚ ਲੱਗੇ। ਜੋ ਸੇਵਾ ਤੇ ਸਿਮਰਨ ਨੇ ਜਿਹੜਾ ਸਾਡੇ ਮਨ ਦਾ ਹਿੱਸਾ ਬਣ ਜਾਵੇ ਤੇ ਅਸੀਂ ਵੀ ਆਪਣੇ ਇਸ ਜੀਵਨ ਨੂੰ ਗੁਰੂ ਮਾਰਗ ਤੇ ਹਰੀ ਮਾਰਗ ਤੇ ਤੋਰ ਕੇ ਗੁਰੂ ਦੇ ਆਸਰੇ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ ਹਰ ਦੁਆਰ ਹਰੀ ਪਰਮਾਤਮਾ ਦੇ ਦਰਵਾਜ਼ੇ ਤੱਕ ਪਹੁੰਚਾ ਦਈਏ। ਦੇਹੋ ਸੱਜਣ ਆਸੀਸੜੀਆ, ਜੋ ਹੋਵੇ ਸਹਿਬ ਸਿਉ ਮੇਲ। ਮਨ ਮੁਖ